ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ, ਸਾਰਿਆਂ ਨੂੰ ਇਸ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਅੱਜ ਅਸੀਂ ਇੱਕ ਇਹੋ ਜਿਹਾ ਟੌਪਿਕ ਲੈ ਕੇ ਆਏ ਹਾਂ ਜਿਹਦਾ ਦਰਦ, ਜਿਹਦਾ ਅਹਿਸਾਸ ਸਾਨੂੰ ਸਾਰਿਆਂ ਨੂੰ ਲਗਾਤਾਰ ਮਹਿਸੂਸ ਹੁੰਦਾ ਹੈ, ਬਟ ਅਸੀਂ ਕਦੀ ਕਵਾਰ ਹੈਲਪਲੈਸ ਫੀਲ ਕਰਦੇ ਹਾਂ ਕਿ ਇੰਨੀ ਵੱਡੀ ਪ੍ਰੋਬਲਮ ਹੈ ਅਤੇ ਅਸੀਂ ਇੱਕ ਇੰਡੀਵਿਜੂਅਲ ਲੈਵਲ 'ਤੇ ਕੀ ਕਰ ਸਕਦੇ ਹਾਂ। ਸਾਡੀ ਕਮਿਊਨਿਟੀ ਦੇ ਵਿੱਚ ਕੁਛ ਇਹੋ ਜਿਹੇ ਵੀ ਹਨ ਜੋ ਇੱਕ ਵੱਡੇ ਲੈਵਲ 'ਤੇ ਜਾਂ ਆਪਦੇ ਛੋਟੇ ਇੰਡੀਵਿਜੂਅਲ ਲੈਵਲ 'ਤੇ ਕਾਫੀ ਐਫਰਟਸ ਪਾਉਂਦੇ ਆ ਇਸ ਪ੍ਰੋਬਲਮ ਨੂੰ ਸੋਲਵ ਕਰਨ ਲਈ, ਬਟ ਇਹ ਕੋਈ ਇੱਕ ਓਵਰਨਾਈਟ ਹੱਲ ਕਰਨ ਵਾਲੀ ਸਮੱਸਿਆ ਨਹੀਂ ਹੈਗੀ। ਜਦੋਂ ਅਸੀਂ ਇਹ ਸੋਚਦੇ ਹਾਂ ਕਿ ਜਿੱਥੇ ਸਾਡੀ ਜੜ੍ਹਾਂ, ਜਿੱਥੇ ਸਾਡੇ ਦਿਲ ਹਲੇ ਵੀ ਜੁੜੇ ਹੋਏ ਆ, ਉਸ ਪੰਜਾਬ ਦੇ ਵਿੱਚ ਉਹਦਾ ਅੱਜ ਕੀ ਹਾਲ ਬਣ ਗਿਆ। ਕਿੰਨੇ ਸਾਲਾਂ ਤੋਂ, ਡੈਕੇਡਸ ਤੋਂ ਸਰਕਾਰਾਂ ਵੀ ਬਦਲੀਆਂ, ਬਟ ਪ੍ਰੋਬਲਮਸ ਉਹੀ ਹਲੇ ਵੀ ਅਸੀਂ ਵੇਖਦੇ ਹਾਂ। ਇਫ ਐਨੀਥਿੰਗ ਲੱਗਦਾ ਕਦੀ ਕਵਾਰ ਕਿ ਉਹ ਪ੍ਰੋਬਲਮਸ ਹੋਰ ਵੱਧ ਰਹੀਆਂ। ਐਂਡ ਇੰਨੇ ਰਿਸੋਰਸਿਸ ਪਾਉਣ ਤੋਂ ਬਾਵਜੂਦ ਵੀ NRIs ਦੀ ਕਿੰਨੀ ਕੰਟਰੀਬਿਊਸ਼ਨ ਹੈਗੀ, ਹਲੇ ਵੀ ਇਹ ਲੱਗਦਾ ਹੈ ਕਿ ਯਾਰ ਕੋਈ ਹੱਲ ਤਾਂ ਹੋ ਨਹੀਂ ਰਿਹਾ। ਲੋਕੀ ਦੁਖੀ ਹੋ ਕੇ ਕਹਿੰਦੇ ਕਿ ਕੀ ਫਾਇਦਾ। ਇਨਫੈਕਟ ਅੱਜ ਸਭ ਤੋਂ ਵੱਡੀ ਅਗਰ ਇੱਕ ਪ੍ਰੋਬਲਮ ਆਈਡੈਂਟੀਫਾਈ ਕਰਨੀ ਹੋਏ ਪੰਜਾਬ ਦੇ ਵਿੱਚ, ਕਿ ਲੋਕੀ ਉੱਥੇ ਰਹਿਣਾ ਹੀ ਨਹੀਂ ਚਾਹੁੰਦੇ, ਯੂਥ ਨਹੀਂ ਉੱਥੇ ਰਹਿਣਾ ਚਾਹੁੰਦਾ। ਜੋ ਪੰਜਾਬ ਦੀ ਰੂਹ ਹੈਗੀ ਖੇਤੀਬਾੜੀ, ਉਹਦੇ ਵਿੱਚ ਕੋਈ ਫਿਊਚਰ ਨਹੀਂ ਕਿਸੇ ਨੂੰ ਵੇਖਣ ਨੂੰ ਮਿਲ ਰਿਹਾ। ਪੰਜਾਬ ਦਾ ਕੀ ਹੋਏਗਾ। ਬਟ ਅੱਜ ਮੈਂ ਤੁਹਾਡੇ ਨਾਲ ਕੋਈ ਮਤਲਬ ਜਿੱਦਾਂ ਕਹਿੰਦੇ ਨਾ ਇਹ ਦੁੱਖ ਭਰਾ ਐਪੀਸੋਡ ਨਹੀਂ ਲੈ ਕੇ ਹਾਜ਼ਰ ਹੋਈ। ਇਨਫੈਕਟ ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਕੁਛ ਡਿਸਾਈਸਿਵ ਤੇ ਐਕਸ਼ਨੇਬਲ ਚੀਜ਼ਾਂ ਨੂੰ ਡਿਸਕਸ ਕਰਾਂਗੇ ਕਿ ਅਗਰ ਜਦੋਂ ਅਸੀਂ ਹੱਲ ਦੀ ਗੱਲ ਕਰਦੇ ਹਾਂ ਕਿ ਪੰਜਾਬ ਦਾ ਸੁਧਾਰ ਹੋਵੇ, ਅਪਲਿਫਟਮੈਂਟ ਹੋਵੇ, ਕੀ ਕੁਛ ਐਕਸ਼ਨ ਆਈਟਮਸ ਹਨ ਜਿਨ੍ਹਾਂ ਨੂੰ ਇੰਪਲੀਮੈਂਟ ਕਰਕੇ ਇਹ ਚੀਜ਼ ਹੋ ਸਕਦੀ ਹੈ, ਨੀਅਰ ਫਿਊਚਰ ਦੇ ਵਿੱਚ ਹੋ ਸਕਦੀ ਹੈ। ਬਟ ਆਫ ਕੋਰਸ ਇਹਦੇ ਲਈ ਮਿਹਨਤ, ਡੈਡੀਕੇਸ਼ਨ ਤੇ ਇੱਕ ਪ੍ਰੋਪਰ ਪਲੈਨਿੰਗ ਦੀ ਲੋੜ ਹੋਣੀ ਹੈ। ਸੋ ਇਨ ਸਾਰੀ ਚੀਜ਼ਾਂ ਨੂੰ ਡਿਸਕਸ ਕਰਨ ਲਈ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਸਾਡੇ ਨਾਲ ਜੁੜੇ ਹਨ ਪੰਜਾਬ ਦੇ ਨਾਲ, ਜੋ ਕਿ ਹਮੇਸ਼ਾ ਜੁੜੇ ਰਹਿੰਦੇ ਹੈ, ਅ ਮੈਨ ਆਫ ਸਾਇੰਸ, ਡਾਕਟਰ ਸੁਖਮੰਦਰ ਸਿੰਘ ਜੀ ਕੈਲੀਫੋਰਨੀਆ ਤੋਂ। ਸਭ ਤੋਂ ਪਹਿਲੇ ਡਾਕਟਰ ਸੁਖਮੰਦਰ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਭ ਨੂੰ। So good to have you on again, Dr. Sukhmander Singh Ji, Dean, School of Engineering, Santa Clara University in California, visiting faculty, दुनिया दी वड्डी institutions, भावें वो Cambridge होए or other महान institutions ਦੇ ਵਿੱਚ ਤੁਸੀਂ ਲਗਾਤਾਰ ਇੱਕ ਸਾਇੰਸ ਦੇ ਮੀਡੀਅਮ ਨੂੰ ਲੈ ਕੇ ਲੋਕਾਂ ਦੇ ਨਾਲ ਕਨੈਕਟ ਕਰਦੇ ਹੋ। ਬਟ ਇਟਸ ਨਾਟ ਜਸਟ ਸਾਇੰਸ ਜੋ ਤੁਹਾਡੇ ਪੈਸ਼ਨਸ ਨੂੰ ਡਰਾਈਵ ਕਰਦਾ ਹੈ, ਪੰਜਾਬ ਦੀ ਸਮੱਸਿਆਵਾਂ ਨੂੰ ਤੇ ਸਾਡੀ ਜੋ ਸਿੱਖ ਹਿਸਟਰੀ ਹੈਗੀ ਉਹਨਾਂ ਨੂੰ ਲੈ ਕੇ ਵੀ ਤੁਸੀਂ ਲੋਕਾਂ ਨਾਲ ਜੁੜਦੇ ਹੋ, ਲਗਾਤਾਰ ਸਾਡੇ ਨਾਲ ਵੀ ਜੁੜਦੇ ਹੋ। ਬਟ ਕਿਤੇ ਨਾ ਕਿਤੇ ਡਾਕਟਰ ਸੁਖਮੰਦਰ ਜੀ, ਜਦੋਂ ਵੀ ਸਾਡੀ ਗੱਲ ਹੁੰਦੀ ਹੈ, ਇੱਕ ਓਵਰਲੈਪ ਇਮਰਜ ਹੁੰਦਾ ਹੈ ਕਿ ਪੰਜਾਬ ਦਾ ਇਤਿਹਾਸ ਜਿਹਦੇ ਵਿੱਚ ਕਿੰਨੀ ਅਸੀਂ ਕਹਿ ਸਕਦੇ ਹਾਂ ਆਬਸਟੀਕਲਸ ਰਹੇ ਹਨ, ਕਿੰਨੀ ਟ੍ਰੈਜਡੀ ਰਹੀ ਹੈ, ਤੇ ਉਸ ਸਾਇੰਸ ਦੇ ਵਿੱਚ ਜਿਹਦੇ ਵਿੱਚ ਤੁਸੀਂ ਆਪ ਦਾ ਪੂਰਾ ਕਰੀਅਰ, ਆਪ ਦੀ ਪੂਰੀ ਲਾਈਫ ਡੈਡੀਕੇਟ ਕੀਤੀ ਹੈ, ਕਿਤੇ ਨਾ ਕਿਤੇ ਅਗਰ ਅਸੀਂ ਪੰਜਾਬ ਦਾ ਇੱਕ ਬੈਟਰ ਫਿਊਚਰ ਚਾਹੁੰਦੇ ਹਾਂ, ਉਨ ਦੋ ਚੀਜ਼ਾਂ ਦਾ ਓਵਰਲੈਪ ਜ਼ਰੂਰ ਹੋਣਾ ਚਾਹੀਦਾ ਹੈ ਕਿ ਪੰਜਾਬ ਦੀ ਸਮੱਸਿਆਵਾਂ ਦਾ ਹੱਲ ਵੀ ਉਸੇ ਸਾਇੰਸ ਦੀ ਅਪਰੋਚ ਦੇ ਵਿੱਚ ਹੈ ਜਿਹਨੂੰ ਤੁਸੀਂ ਅਪਣਾਇਆ। ਅੱਜ ਮੈਂ ਡਾਕਟਰ ਸਾਹਿਬ ਤੁਹਾਡੇ ਨਾਲ ਥੋੜ੍ਹੇ ਜਿਹੇ ਉਹ ਕਿਊਰਸ ਡਿਸਕਸ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੂੰ ਸ਼ਾਇਦ, ਜਿਨ੍ਹਾਂ ਉੱਤੇ ਵਿਚਾਰ ਕਰਕੇ, ਕੋਈ ਪਲੈਨਿੰਗ ਕਰਕੇ ਅਸੀਂ ਸ਼ਾਇਦ ਪੰਜਾਬ ਦਾ ਬਚਾਅ ਕਰ ਸਕਦੇ ਹਾਂ। ਡਾਕਟਰ ਸਾਹਿਬ, ਸਭ ਤੋਂ ਪਹਿਲੇ ਸਟਾਰਟਿੰਗ ਦੇ ਵਿੱਚ ਇਸ ਟੌਪਿਕ 'ਤੇ ਤੁਸੀਂ ਕੀ ਓਪਨਿੰਗ ਸਟੇਟਮੈਂਟ ਦੇਣਾ ਚਾਹੋਗੇ? ਦੇਖੋ ਜੀ, ਪੰਜਾਬ ਦੇ ਵਿੱਚ ਇਸ ਵੇਲੇ ਅਸੀਂ ਸਭ ਦੇਖ ਰਹੇ ਹਾਂਗੇ ਕਿ ਬੱਚੇ, ਤੁਸੀਂ ਜਿਵੇਂ ਕਿਹਾ, ਪੰਜਾਬ ਛੱਡ ਕੇ ਜਾ ਰਹੇ ਨੇ ਔਰ ਪੰਜਾਬ ਦਾ ਪਾਣੀ, ਹਵਾ ਤੇ ਸਹਿਰਾ ਸਾਹਿਬ 'ਚ ਜ਼ਹਿਰ ਮਿਲ ਚੁੱਕਿਆ ਹੈ। ਔਰ ਕੋਈ ਜਿਵੇਂ ਤੁਸੀਂ ਕਿਹਾ ਵੀ ਸਮਝ ਨਹੀਂ ਆਉਂਦੀ ਗਈ ਕਿ ਪੰਜਾਬ ਕਦੋਂ ਕੁ ਇਸ ਤੋਂ ਉੱਠੇਗਾ, ਉਲਟਾ ਨਿਗਰਦਾ ਜਾ ਰਿਹਾ। ਉਸ ਖਾਤਰ ਮੈਂ ਆਪਣੇ 4-5 ਸੁਜੈਸ਼ਨ ਨੇ ਮੇਰੇ। ਇੱਕ ਤਾਂ ਵੀ ਡਿਸਲੌਜ ਦਾ ਕਰਪਟ ਪਾਵਰ ਸਿਸਟਮ, ਉਹ ਸਾਨੂੰ ਘੁਣ ਤਰ੍ਹਾਂ ਖਾਈ ਜਾ ਰਿਹਾ। ਕਰਪਸ਼ਨ ਬਹੁਤ ਜ਼ਿਆਦਾ ਹੈ। ਔਰ ਠੀਕ ਹੈ, ਆਮ ਆਦਮੀ ਪਾਰਟੀ ਆਈ ਹੈ, ਬੜਾ ਸਟਰਗਲ ਕਰ ਰਹੀ ਹੈ ਔਰ ਚਾਹੀਦਾ ਵੀ ਹੈਗਾ,
ਔਰ ਮੈਂ ਇਹਦੇ 'ਚ ਬਹੁਤ ਐਲੈਬੋਰੇਟ ਨਹੀਂ ਕਰਨਾ ਚਾਹੁੰਦਾ। ਸਾਨੂੰ ਪਤਾ ਕਰਪਸ਼ਨ ਪੈਰ ਪੈਰ 'ਤੇ ਹੈ, ਅਤੇ ਉਹਨਾਂ ਨੇ ਬੰਦੇ ਫੜ ਰਹੇ ਨੇ, ਵਿਜੀਲੈਂਸ ਚਲੀ ਹੋਈ ਹੈ, ਸਭ ਕਰੀ ਜਾਈ ਹੈ। ਮੈਨੂੰ ਪਤਾ ਲੌਂਗ ਟਾਈਮ ਅਗੋ ਮੈਂ ਉੱਥੇ ਗਿਆ ਸੀ, ਮੈਂ ਕਿਹਾ ਯਾਰ ਇਹ ਪੋਲੀਟੀਸ਼ੀਅਨ ਵੋਟਾਂ ਨਾਲ ਆ ਜਾਂਦੇ ਨੇ ਅਤੇ ਫਿਰ ਉਸ ਤੋਂ ਬਾਅਦ ਸਾਡੇ ਜੁੱਤਿਆਂ ਦੇ ਚੁੱਤੇ ਚੱਪਲੇ ਘਸ ਜਾਂਦੇ ਨੇ, ਮਗਰ ਮਗਰ ਫਿਰਦੇ ਆ ਇਹਨਾਂ ਦੇ ਕੰਮ ਕਰਾਉਣ ਲਈ। ਹਰ ਕੰਮ ਲਈ 5-5 6-6 12 ਕਿਨਾਂ ਧੱਕੇ ਖਾਣੇ ਪੈਂਦੇ ਨੇ। ਅਤੇ ਮੈਂ ਸੁਜੈਸਟ ਕੀਤਾ ਸੀ ਚੀਫ ਮਿਨਿਸਟਰ ਨੂੰ ਕਿ ਤੁਸੀਂ ਐਂ ਕਰੋ, ਐਡਮਿਨਿਸਟ੍ਰੇਸ਼ਨ ਨੂੰ ਵੀ, ਕਿ ਇਹ ਲਾਅ ਪਾਸ ਕਰ ਦਿਓ ਪੰਜਾਬ 'ਚ ਕਿ ਕੋਈ ਵੀ ਐਪਲੀਕੇਸ਼ਨ 3 ਦਿਨ ਤੋਂ ਬਾਅਦ ਕਿਤੇ ਨਾ ਰੁਕੇ। ਉਹ ਕਹਿੰਦਾ ਜੀ ਇੱਦਾਂ ਹੋ ਗਿਆ ਤਾਂ ਬੜਾ ਮੁਸ਼ਕਿਲ ਹੈਗਾ, ਕਈ ਚੀਜ਼ਾਂ ਬਹੁਤ ਭਰਨੀਆਂ ਪੈਂਦੀਆਂ, ਉਹ ਕਰਨੀਆਂ ਉਹ ਪੈਂਦੀਆਂ। ਮੈਂ ਯਾਰ ਇਹ ਕਿੰਨਾ ਔਖਾ ਕੰਮ ਹੈਗਾ। ਤੇ ਸਕੂਲਾਂ ਵਾਸਤੇ ਮੈਂ ਕਿਹਾ ਸੀਗਾ ਵੀ ਸਕੂਲਾਂ ਦੇ ਵਿੱਚ ਤਾਂ ਕੋਈ ਚੀਜ਼ ਛੱਡ ਕੇ ਚਲੇ ਜਾਂਦੇ, ਕੋਈ ਨਹੀਂ, ਉੱਥੇ ਪੇਰੈਂਟ ਟੀਚਰ ਐਸੋਸੀਏਸ਼ਨ ਖੋਲ ਦਿਓ, ਪੇਰੈਂਟ ਟੀਚਰ ਐਸੋਸੀਏਸ਼ਨ ਖੋਲ ਦਿਓ। 3 ਬੰਦੇ ਉਸ ਪਿੰਡ ਦੇ ਹੋਣ, 3 ਇਹਦੇ ਹੋਣ, ਤੇ ਕਾਂਸਟੈਂਟਲੀ ਹੋ ਜਾਏਗਾ। ਲੇਕਿਨ ਉਹ ਕਰਨ ਨੂੰ ਰਾਜੀ ਨਹੀਂ ਸੀ। ਇਹ ਪੁਰਾਣੀ ਗੱਲ ਹੈ ਜੋ ਕਿਹਾ ਸੀ। ਐਨੀਵੇ ਹੁਣ ਇਸ ਗੱਲ ਤੇ ਆਉਣੇ ਆ ਕਿ ਕਰਪਟ ਪਾਵਰ ਸਿਸਟਮ ਡਿਸਲਾਜ ਕਰਨਾ ਇੰਨਾ ਸੌਖਾ ਕੰਮ ਨਹੀਂ, ਸਭ ਤੋਂ ਔਖਾ ਕੰਮ ਇਹ ਹੈਗਾ। ਇੱਥੇ ਫਸੇ ਹੋਏ ਅਸੀਂ ਕਿਉਂਕਿ ਟਾਪ ਟੂ ਬਾਟਮ ਕਰਪਸ਼ਨ ਹੈਗੀ ਹੈ। ਚਲੋ ਜਿਹੜਾ ਦੂਜਾ ਪੁਆਇੰਟ ਜਿਹੜਾ ਉਹ ਜ਼ਿਆਦਾ ਇੰਪੋਰਟੈਂਟ ਹੈ ਮੇਰੇ ਦਿਮਾਗ 'ਚ, ਐਸਟੈਬਲਿਸ਼ਿੰਗ ਐਮਪਲੋਇਮੈਂਟ ਬੇਸ। ਬੱਚੇ ਕਿਉਂ ਛੱਡ ਕੇ ਜਾ ਰਹੇ ਨੇ? ਕਿਉਂਕਿ ਉੱਥੇ ਜਾ ਵੀ ਇਹ ਨਹੀਂਗੇ। ਅਸੀਂ ਪੂਰਾ ਢਿੱਲ ਲਾਇਆ ਹੋਇਆ ਹੈਗਾ ਕਿ ਬਈ ਉਹ ਜੀ ਇੱਕ ਕਾਲਜ 2 ਕਾਲਜ ਨੂੰ ਹੋਰ ਖੋਲ੍ਹਣ ਲੱਗੇ ਨੇ, ਕਾਲਜ ਹੋਰ ਖੋਲ੍ਹ ਦਿਓ, ਪੰਜਾਬੀ ਯੂਨੀਵਰਸਿਟੀ ਕਾਲਜ। ਉਹ ਭਈਆ ਤੁਸੀਂ ਬੈਗਰਸ ਪ੍ਰੋਡਿਊਸ ਕਰੀ ਜਾ ਰਹੇ ਹੋ। ਬੱਚੇ ਡਿਗਰੀ ਲੈ ਕੇ ਇੱਕ ਤਰ੍ਹਾਂ ਦਾ ਭਿਖਾਰੀ ਬਣ ਕੇ ਵੀ ਗੌਰਮੈਂਟ ਜੌਬ ਦੇਵੇ, ਗੌਰਮੈਂਟ ਤੋਂ ਕੋਈ ਜੌਬ ਕੋਈ ਹੈ ਨਹੀਂਗੇ। ਉਹ ਕਹਿੰਦੇ ਵੀ ਪੜ੍ਹੇ ਲਿਖੋ ਕਰੇ ਕੋਈ ਜੌਬ ਤਾਂ ਇੱਥੇ ਹੈ ਨਹੀਂਗੇ। ਹੁਣ ਵੀ ਤੁਸੀਂ ਜੌਬ ਕਾਲਜ ਖੋਲ੍ਹ ਕਰਕੇ ਜੌਬ ਦੇਈ ਜਾ ਰਹੇ ਹੋ, ਲੇਕਿਨ ਇੰਪਲੋਇਮੈਂਟ ਬੇਸ ਕ੍ਰੀਏਟ ਨਹੀਂ ਕਰ ਰਹੇ ਨੇ। ਇੰਪਲੋਇਮੈਂਟ ਬੇਸ ਕ੍ਰੀਏਟ ਕਿੱਦਾਂ ਹੁੰਦਾ? ਉਹ ਬੜੀ ਇੱਕ ਇੰਪੋਰਟੈਂਟ ਚੀਜ਼ ਹੈ। ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਬੀਇੰਗ ਐਨ ਇੰਜੀਨੀਅਰ ਐਂਡ ਸਾਇੰਟਿਸਟ, ਬਿਕਾਜ਼ ਮੈਂ ਨਾ ਕਈ ਦਫਾ ਇਸ ਗੱਲ ਤੇ ਥੋੜਾ ਜਿਹਾ ਨਾ ਮੈਨੂੰ ਇਰੀਟੇਸ਼ਨ ਹੋ ਜਾਂਦੀ ਹੈ ਯਾਰ ਵੀ ਠੀਕ ਹੈ ਪੰਜਾਬੀ ਯੂਨੀਵਰਸਿਟੀ ਖੋਲ੍ਹੀ, ਅੱਜ ਨਾਵਲ ਨੂੰ ਬੈਸਟ ਪ੍ਰਾਈਜ਼ ਮਿਲ ਗਿਆ, ਅੱਜ ਉਹਨੇ ਲਈ ਰਿਸਰਚ ਬਾਈ ਹਿਸਟਰੀ ਪੜ੍ਹ ਲਿਖਤੀ। ਉਹਨਾਂ ਰੋਟੀ ਨਹੀਂ ਬਣਦੀ ਲੋਕਾਂ ਨੂੰ। ਜ਼ਰੂਰ ਖੋਲੋ, ਜ਼ਰੂਰ ਰਿਸਰਚ ਕਰੋ ਉਹਨਾਂ ਚੀਜ਼ਾਂ ਤੇ, ਪਰ ਇੱਥੇ ਨਾ ਲੱਗੇ ਰਹੋ। ਜੋ ਕੋਈ ਬੰਦੇ ਅੱਛਾ ਨਾਵਲ ਲਿਖਦਾ ਉਹਨੂੰ ਬੜੀ ਸ਼ਾਬਾਸ਼ ਮਿਲਦੀ ਹੈ, ਕੋਸ਼ਿਸ਼ ਕਰਦੀ ਹੈ, ਲੇਕਿਨ ਮੈਂ ਜਿਸ 'ਚ ਆਉਣ ਲੱਗਿਆ ਉਹ ਇਹ ਹੈਗਾ that is scientifically based. Number 1, we must identify our natural resources of Punjab and establish employment base consistent with those resources. Punjab the resources ki ne? Water, agriculture products, skilled bande Punjab de, you know. और तीसरा ਜਿਹੜਾ ਸਾਡੇ ਪੰਜਾਬ ਦੇ ਵਿੱਚ ਜਿਹੜੀਆਂ ਪੈਰਲਲ ਲੱਗਣੀਆਂ GT road and railway line. I'm going to come to that again, how to set up industrial belt here. Number 1, water. ਦੇਖੋ ਤੁਸੀਂ ਹੁਣ ਵਾਟਰ ਦਾ ਇਹ ਹਾਲ ਹੈ ਕਿ ਅਸੀਂ ਥੱਲੋਂ ਕੱਢ ਕੇ ਪਾਣੀ ਬਿਲਕੁਲ ਪੰਜਾਬ ਦਾ ਡੈਜ਼ਰਟ ਹੋ ਜਾਂਦੇ ਆ। ਹੁਣ ਜੇ ਫਲੱਡ ਆਇਆ ਇੱਕਦਮ ਉਹ ਬਰਬਾਦੀ ਕਰਕੇ ਚਲੇ ਜਾਂਦੇ ਨੇ। ਅੱਛਾ, ਔਰ ਦੂਜੇ ਪਾਸੇ ਬਿਜਲੀ ਫ੍ਰੀ ਕਰਤੀ। ਇਹ 5 ਲੱਖ ਟਿਊਬਵੈਲ ਨੇ ਪੰਜਾਬ ਦੇ ਵਿੱਚ, ਹਾਲਾਂਕਿ ਚਾਹੀਦੇ ਉਦੋਂ ਬੇਅਰਲੀ ਵਨ ਤੱਕ। ਹੁਣ ਵਾਟਰ ਐਜ਼ ਅ ਰਿਸੋਰਸ ਇਜ਼ ਦਿਸ। ਤੁਸੀਂ ਫਰਜ਼ ਕਰੋ ਪੰਜਾਬ ਜਿਹੜੇ ਚੰਡੀਗੜ੍ਹ ਦੇ ਕੋਲੇ ਆ, start going along the foothills of Shivaliks, keep going till Pathankot, Talwada. There are almost 136 ਚੋਆ ਜਿਹਨੂੰ ਕਹਿੰਦੇ ਆ ਸੀਜ਼ਨਲ ਬਰਸਾਤੀ ਨਾਲੇ, ਜਦੋਂ ਕਿ ਬਾਰਿਸ਼ਾਂ ਪੈਂਦੀਆਂ ਉਦੋਂ ਵਗਦੇ ਨੇ ਤੇ ਫਲੱਡ ਕ੍ਰੀਏਟ ਕਰ ਦਿੰਦੇ ਨੇ। ਅੱਛਾ, ਅੱਜ ਕੱਲ੍ਹ ਸਾਇੰਸ ਇੰਨੀ ਅੱਗੇ ਚੁੱਕੀ ਹੈ ਕਿ ਲੋਕਲ ਸੋਇਲ ਨੂੰ ਕੰਪੈਕਸ਼ਨ ਕਰਕੇ ਅਰਦਨ ਡੈਮ ਬਣਾਏ ਜਾ ਸਕਦੇ ਆ। ਅਸੀਂ ਇੱਥੇ ਬਣਾਏ, ਮੈਂ ਵੀ ਇਹਨਾਂ ਕੰਮ 'ਚ ਕੰਮ ਕਰਦਾ, ਇੱਥੇ ਬੜੇ ਬਣੇ ਨੇ, ਬਲਕਿ ਉੱਥੇ ਕਿ ਨਾ ਮਹਾਰਾਸ਼ਟਰ ਤੇ ਨਹਿਰਾਂ ਤੇ ਬਣਾਤੇ, ਟਰਬਾਈਨਾਂ ਲਾਤੀਆਂ ਉਹਨਾਂ ਨੇ। For every 6 to 8 feet fall, out of those 136 ਚੋਜ 90% have those 6 to 8 feet fall. ਜਿੱਥੇ ਕਿ ਡੈਮ ਬਣਾਏ ਜਾ ਸਕਦੇ ਨੇ, ਲੇਬਰ ਕ੍ਰੀਏਟ ਹੋਏਗੀ, ਔਰ ਉਹ ਨਾਟ ਓਨਲੀ ਫਲੱਡ ਕੰਟਰੋਲ ਕਰਨਗੇ, ਉਹ ਬਿਜਲੀ ਵੀ ਇੰਨੀ ਕਰਨਗੇ ਕਿ ਬਿਜਲੀ ਦਾ ਹੜ੍ਹ ਆ ਜਾਏਗਾ ਪੰਜਾਬ ਦੇ ਵਿੱਚ। ਥਰਮਲ ਪਲਾਂਟ ਲਾਉਣ ਦੀ ਕੋਈ ਕੋਲ ਨਹੀਂ। ਥਰਮਲ ਪਲਾਂਟ ਨੇ ਬਿਮਾਰੀ ਲਿਆਉਣੀ ਆ, ਹੋਰ ਕੁਛ ਨਹੀਂ ਕਰਨਾਗਾ। ਕਿਸੇ ਮੁਲਕ 'ਚ ਥਰਮਲ ਪਲਾਂਟ ਨਹੀਂ ਲੱਗ ਰਹੇ ਨੇਗੇ। ਉਹਦੇ ਬਣਾਉਣ ਨਾਲ ਇੰਪਲੋਇਮੈਂਟ ਮਿਲੇਗੀ, ਔਰ ਸਾਡਾ ਆਪਣਾ ਜਿਹੜਾ ਨੈਚੁਰਲ ਸੋਰਸ ਹੈ ਪਾਣੀ ਉਹ ਵੀ ਸੰਭਾਲਿਆ ਜਾਏਗਾ, ਔਰ ਫਲੱਡ ਵੀ ਠੀਕ ਕਰਨਗੇ, ਬਿਜਲੀ ਵੀ ਮਿਲੇਗੀ, ਤੁਹਾਨੂੰ ਪਾਣੀ ਕਰਨ ਦੀ ਲੋੜ ਨਹੀਂ ਪੈਣਗੀ। ਔਰ ਇੱਕ ਦੋ ਡੈਮ ਬਣੇ ਨੇ, ਪਰ ਲੇਕਿਨ I have the design, I can demonstrate ਕਿਵੇਂ ਬਣ ਸਕਦੇ ਨੇ। ਇੱਕ ਮੁੰਡਾ ਹੈਗਾ ਆਪਣਾ ਇੰਜੀਨੀਅਰ ਹਿਮਾਚਲ 'ਚ, ਉਹਨੇ ਨਿੱਕੀ ਜਿਹੀ ਨਾਲੇ ਤੇ ਇੱਕ ਡੈਮ ਬਣਾਤਾ ਤੇ ਇਲੈਕਟ੍ਰਿਕ ਟਰਬਾਈਨ ਲਾਤੀ, ਉਹਨੂੰ ਬਿਜਲੀ ਵੇਚਦਾ। ਹਿਮਾਚਲ ਚਲੇ ਜਾਓ, ਦੇਖਿਆ ਉਹ ਬਿਜਲੀ ਉੱਥੇ ਪੈਦਾ ਕਰਕੇ ਵੇਚ ਰਿਹਾ। ਅਸੀਂ ਉਹ ਬਰਬਾਦ ਚਲੇ ਜਾ ਰਿਹਾ। ਇੱਕ ਦਿਸ ਇਜ਼ ਵਨ। ਸੈਕੰਡਲੀ ਮੈਂ ਕਿਹਾ ਸੀਗਾ ਦੂਜਾ ਸਾਡਾ ਨੈਚੁਰਲ ਸੋਰਸ ਐਗਰੀ ਬੇਸਿਸ। ਹੁਣ ਤੁਸੀਂ ਹਿਸਾਬ ਲਗਾ ਲਓ ਕਿ ਐਗਰੀਕਲਚਰ ਪ੍ਰੋਡਕਟ ਜਿਹੜੀਆਂ ਸਾਡੀਆਂ ਨੇ ਨਾ, ਜਿਵੇਂ ਕਣਕ ਹੈ, ਝੋਨਾ ਹੈ, ਝੋਨਾ ਤਾਂ ਹੁਣੇ ਆਇਆ, ਛੱਲੀ ਸੀਗੀ, ਹੋਰ ਲਾਟਸ ਆਫ ਥਿੰਗਸ। ਮੈਂ ਤੁਹਾਨੂੰ ਦੱਸਣਾ ਪਹਿਲਾਂ ਹੀ ਦੱਸ ਚੁੱਕਿਆ ਕਹਾਣੀ ਇਹ
कि आलू एक साल बहुत उगाए पंजाब में बेचते नहीं गए तो उन्होंने सड़क पर सुट्टे बिल्कुल उन्होंने दी गल ही है मैं पोटैटो चिप्स फैक्ट्री का ब्लू प्रिंट लैके खुद रोल करके चीफ मिनिस्टर ਨੂੰ ਦਿੱਤਾ ਮੈਂ ਕਿਹਾ ਜੀ ਤੁਸੀਂ ਐਂ ਕਰੋ 4-5 ਪੋਟੈਟੋ चिप्स फैक्ट्री लगा ਦਿਓ ਕਿਸਾਨਾਂ ਨੂੰ ਵੀ ਹੋਏਗੀ ਤੇ ਏਮਪਲੋਇਮੈਂਟ ਵੀ ਲੱਗੇਗੀ ਉਹ ਅੱਜ ਲੱਗਦੀ ਹੈ ਉਹ ਅੱਜ ਵੀ ਸਾਡੇ ਕੋਲੇ ਪੋਟੈਟੋ ਚਿਪਸ ਫੈਕਟਰੀ ਦਾ ਲਾਉਣ ਦਾ ਹੈਗਾ ਲੇਕਿਨ ਅਸੀਂ ਅਮੀਰ ਜ਼ਿਆਦਾ ਲੋਕ ਪੋਟੈਟੋ ਚਿਪਸ ਦੇ ਜਾ ਕੇ ਖੇਡਾਂਗੇ 10-20 ਰੁਪਈਆਂ ਦੇ ਵਿੱਚ ਪੋਟੈਟੋ ਚਿਪਸ ਫੈਕਟਰੀ ਲਾਉਣ ਨੂੰ ਕੋਈ ਤਿਆਰ ਨਹੀਂ ਹੈ ਹੋਰ ਐਗਰੀਕਲਚਰ ਪ੍ਰੋਡਕਸ਼ਨ ਕਣਕ ਕੈਨ ਯੂ ਇਮੇਜਿਨ ਕਿ ਬਿਸਕੁਟ ਫੈਕਟਰੀ ਸਭ ਤੋਂ ਪਹਿਲਾਂ ਜੇਬੀ ਮੰਗਰ ਆਉਂਦੇ ਰਾਜਸਥਾਨ 'ਚ ਲੱਗਦੀ ਹੈ ਉੱਥੇ ਕਣਕ ਨਹੀਂ ਹੁੰਦੀਗੀ ਅਸੀਂ ਨਹੀਂ ਲਗਾਈ ਹੁਣ ਸੀਰੀਅਲ ਅਸੀਂ ਖਰੀਦਦੇ ਫਿਰਦੇ ਚੁੱਪ ਸੀਰੀਅਲ ਫੈਕਟਰੀ ਲੱਗ ਸਕਦੀ ਹੈ ਬਿਸਕੁਟ ਫੈਕਟਰੀ ਲੱਗ ਸਕਦੀ ਹੈ ਸੋ ਲੱਗ ਸਕਦੀਆਂ ਇੱਦਾਂ ਕਾਰਨ ਫੈਕਟਰੀ ਹੋ ਸਕਦੀ ਹੈਗੀ ਸੋ ਇਸ ਕਰਕੇ ਨਾ based upon these consistent with our product we can establish cold storage we can establish to save those things so that they are available during the time rather than the go waste ਇਹ ਚੀਜ਼ਾਂ food preservation food thing ਉਹਦੇ ਬਾਰੇ ਸਾਡੇ ਕੋਲ ਡਿਜ਼ਾਈਨ ਹੈਗਾ ਉਹ ਕੀਤਾ ਜਾ ਸਕਦਾ ਹੈ ਜੀ now the third resources ਸਾਡੇ ਕੋਲ ਹੈਗੇ ਹੈ skilled people highly skilled people ਉਹ ਮੈਂ youth ਰਿਲੇਟ ਕਰਦਾ ਹੁਣ ਮੈਂ ਪਹਿਲਾਂ ਕਹਿ ਚੁੱਕਿਆ ਕਿ youth ਨੂੰ ਉੱਥੇ employment ਨਹੀਂ ਹੈ ਅਸੀਂ ਬੈਗੇਜ ਬਣਾ ਕੇ ਗਵਰਨਮੈਂਟ ਵੱਲ ਦੇਖਦੇ ਰਹਿੰਦੇ ਸਾਨੂੰ ਜਵਾਬ ਦੇਵੇ ਗਵਰਨਮੈਂਟ ਆਲਰੇਡੀ ਫਸੀ ਹੋਈ ਕੋਰਟ ਹੈਗਾ ਤਰੀਕਾ ਇਹ ਹੈਗਾ ਜਿਹੜਾ ਕਿ ਬੰਗਲਾਦੇਸ਼ 'ਚ ਟਰਾਈ ਕੀਤਾ ਗਿਆ ਸੀ ਮੁਹੰਮਦ ਯੂਸਫ ਨੇ ਹੁਣ ਨੋਬਲ ਪ੍ਰਾਈਜ਼ ਵੀ ਮਿਲਿਆ ਲੇਟਰ ਆਨ ਉਹ ਇਹ ਹੈ ਕਿ ਤੁਸੀਂ ਸੀਡ ਮਨੀ ਦਿਓ ਜੀ ਬਾਈ ਕ੍ਰੀਏਟਿੰਗ ਆਈਦਰ ਏ ਇੰਡਸਟਰੀਅਲ ਟਰਸਟ ਬੱਚਿਆਂ ਨੂੰ ਕਹੋ ਵੀ ਬੱਚਾ ਤੇਰਾ ਸੀਡ ਮਨੀ ਤੂੰ ਲੈ ਤੂੰ ਐਂ ਕਰ ਪਲੰਬਿੰਗ ਸ਼ਾਪ ਖੋਲ ਲਾ ਤੂੰ ਮਕੈਨਿਕ ਸ਼ਾਪ ਖੋਲ ਲਾ ਤੂੰ ਇਲੈਕਟ੍ਰੀਸ਼ੀਅਨ ਸ਼ਾਪ ਖੋਲ ਲਾ ਤੂੰ ਕਾਰਪੈਂਟਰੀ ਸ਼ਾਪ ਖੋਲ ਲਾ ਚੰਡੀਗੜ੍ਹ ਮੈਂ ਗਿਆ ਕਈ ਸਾਲ ਪਹਿਲਾਂ 2017 ਦੀ ਗੱਲ ਹੈ ਸਾਡੀ ਸਿਸਟਰ ਰਹਿੰਦੇ ਸੀ ਉਹ ਕਹਿਣ ਲੱਗੇ ਇੱਥੇ ਕੋਈ ਪਲੰਬਰ ਖਰਾਬ ਹੈ ਤੇ ਭਈਆ ਆਉਂਦਾ ਤੇ ਉਹ 4000 ਰੁਪਏ ਲੈ ਜਾਂਦਾ ਜੇ ਇਲੈਕਟ੍ਰੀਸ਼ੀਅਨ ਆਉਂਦਾ ਤਾਂ ਉਹ ਵੀ ਭਈਆ ਆਉਂਦਾ ਤੇ ਕਿੰਨੇ ਜਾਪੇ ਚੰਡੀਗੜ੍ਹ ਤੋਂ ਤੁਸੀਂ ਬਠਿੰਡੇ ਤੱਕ ਆਓ ਕਾਰਾਂ ਦਾ ਚਲੀ ਜਾਂਦੀਆਂ ਕੋਈ ਤੁਹਾਨੂੰ ਕਾਰ ਬ੍ਰੇਕ ਡਾਊਨ ਹੋ ਜੇ there is no mechanic shop close by so therefore maybe you need a break all I'm telling this thing is this it's absolutely possible ਮੁਹੰਮਦ ਯੂਨਸ ਨੇ ਸੀਡ ਮਨੀ ਦੇ ਕੇ ਉਹਨਾਂ ਔਰਤਾਂ ਨੂੰ ਉਹਨੂੰ job self-employed ਕੀਤਾ rather than looking for the job the government they can create jobs for themselves entrepreneurship you know so much so ਕਿ ਉਹ ਬੰਦੇ ਨੂੰ ਨੋਬਲ ਪ੍ਰਾਈਜ਼ ਮਿਲਿਆ ਬਾਅਦ ਦੇ ਵਿੱਚ ਔਰ it's possible to do this in Punjab youth ਨੂੰ ਜਦੋਂ job employment base ਬਣ ਗਿਆ ਨਾ ਮਿਲਣ ਲੱਗ ਗਿਆ ਨਾ ਤੇ ਉਹ ਕਿਉਂ ਭੱਜੇਗਾ ਬਾਹਰ ਜਾਏਗਾ ਇੱਥੇ ਆ ਕੇ ਕਿਉਂ ਰੈਸਟੋਰੈਂਟ 'ਚ ਧੱਕੇ ਖਾਏਗਾ ਕਿਉਂ ਕਹੇ ਜੋ ਉੱਥੇ ਕਰ ਸਕਦਾ ਡਾਕਟਰ ਸਾਹਿਬ ਤੁਹਾਡੀ ਲਿਸਟ ਦੇ ਵਿੱਚ ਮੈਂ ਤਾਂ ਇਹ ਵੀ ਕਵਾਂਗੀ you know ਭਾਵੇਂ ਅਵੇਅਰਨੈਸ ਹੋਏ ਭਾਵੇਂ ਉਹ ਗਲਤ ਪਾਸਿਆਂ ਦੇ ਵਿੱਚ ਇਨਵੋਲਵਮੈਂਟ ਭਾਵੇਂ ਉਹ ਸ਼ਰਾਬ ਨਸ਼ੇ ਜਾਂ ਕ੍ਰਾਈਮ ਦੇ ਵਿੱਚ ਹੋਏ ਜਾਂ ਸਿਸਟਮ ਦੇ ਵਿੱਚ ਓਵਰਆਲ ਬਦਲਾਵ ਲੈਣ ਦੀ ਗੱਲ ਹੋਏ ਯੂ ਕੈਨ ਟ੍ਰੇਸ ਇਟ ਆਲ ਬੈਕ ਟੂ ਇੰਪਲੋਇਮੈਂਟ ਗੇਨਫੁਲ ਇੰਪਲੋਇਮੈਂਟ ਜੋ ਬੇਰੁਜ਼ਗਾਰੀ ਲੋਕੀ ਵੇਲੇ ਤੁਸੀਂ ਕਹਿ ਲਓ ਉਹਨਾਂ ਦੇ ਕੋਲ ਕੋਈ ਪਰਪਸ ਜਾਂ ਕੋਈ ਮੀਨਸ ਨਹੀਂ ਹੈਗਾ ਆਪਣੇ ਆਪ ਨੂੰ ਸਪੋਰਟ ਕਰਨ ਦਾ ਆਫ ਕੋਰਸ ਉਹ ਸਿਸਟਮ ਤੇ ਬੋਝ ਹੀ ਬਣਨਗੇ ਤੇ ਇਨ ਗਲਤ ਪਾਸਿਆਂ ਦੇ ਵਿੱਚ ਲੱਗਣਗੇ ਅਗਰ ਅਸੀਂ ਇੰਪਲੋਇਮੈਂਟ ਦੇ ਨਾਲ ਹੀ ਸ਼ੁਰੂ ਕਰਦੇ ਹਾਂ we can make such a big difference so ਇਸ ਇੰਪਲੋਇਮੈਂਟ ਉੱਤੇ ਮੈਂ ਥੋੜੀ ਜਿਹੀ ਹੋਰ ਤੁਹਾਡੇ ਤੋਂ ਇਨ ਡੈਪਥ ਡਿਸਕਸ਼ਨ ਕਰਨਾ ਚਾਹੁੰਦੀ ਬ੍ਰੇਕ ਦਾ ਸਮਾਂ ਇੱਥੇ ਹੋ ਗਿਆ ਡਾਕਟਰ ਸੁਖਮੰਦਰ ਸਿੰਘ ਜੀ ਸਾਡੇ ਨਾਲ ਜੁੜੇ ਹਨ ਵਿਊਅਰਸ ਤੁਸੀਂ ਵੀ ਇਸ ਤਰ੍ਹਾਂ ਜੁੜੇ ਰਹੋ ਬੇਰੁਜ਼ਗਾਰੀ ਤਾਂ ਅਸੀਂ ਸੁਣਦੇ ਆ ਰਹੇ ਹਾਂ ਕਿ ਕਿੰਨੀ ਵੱਧ ਗਈ ਹੈ ਬਟ ਇਸ ਬੇਰੁਜ਼ਗਾਰੀ ਦਾ ਹੱਲ ਕਿਸ ਤਰ੍ਹਾਂ ਕੱਢਿਆ ਜਾ ਸਕਦਾ ਹੈ ਐਜੂਕੇਸ਼ਨ ਤੋਂ ਅੱਗੇ ਜਾ ਕੇ ਅਸੀਂ ਕਿਸ ਤਰ੍ਹਾਂ ਪੰਜਾਬ ਨੂੰ ਰੋਜ਼ਗਾਰ ਬਣਾ ਸਕਦੇ ਹਾਂ ਉਹਦੀ ਗੱਲ ਕਰ ਰਹੇ ਹਾਂ ਬ੍ਰੇਕ ਤੋਂ ਇਸ ਵਾਰ ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਪੰਜਾਬ ਦਾ ਸੁਧਾਰ ਜਦੋਂ ਇਹ ਗੱਲ ਉੱਠਦੀ ਹੈ ਹਰ ਇੱਕ ਦਾ ਵੱਖਰਾ ਓਪੀਨੀਅਨ ਹੁੰਦਾ ਹੈ ਕਿ ਇਹ ਸੁਧਾਰ ਸਰਕਾਰ ਰਾਹੀਂ ਆ ਸਕਦਾ ਹੈ ਨੌਨ ਪ੍ਰੋਫਿਟ ਚੈਰਿਟੀ ਸੰਸਥਾਵਾਂ ਵੱਲੋਂ ਆ ਸਕਦਾ ਹੈ NRIs ਦੀ ਇਨਵੋਲਵਮੈਂਟ ਵੱਲੋਂ ਆ ਸਕਦਾ ਹੈ ਇਨਵਾਇਰਮੈਂਟਲ ਕਾਜ਼ਜ਼ ਐਜੂਕੇਸ਼ਨ employment ਜਾਂ ਜੋ ਵੀ ਤੁਸੀਂ ਕਹਿ ਲਓ ਵੱਖ ਸੋਲੂਸ਼ਨਸ ਪੇਸ਼ ਕੀਤੇ ਜਾਂਦੇ ਆ ਬਟ ਕਿਤੇ ਨਾ ਕਿਤੇ ਕਮੀ ਰਹਿ ਗਈ ਹੈ ਬਿਕੋਜ਼ ਹਲੇ ਵੀ ਅਸੀਂ ਪੰਜਾਬ ਦੀ ਸੁਧਾਰ ਦੀ ਗੱਲ ਕਰ ਰਹੇ ਹਾਂ ਉਹ ਸੁਧਾਰ ਵੇਖ ਨਹੀਂ ਰਹੇ ਹਾਂ ਬਟ ਅਗਰ ਅਸੀਂ ਰੋਜ਼ਗਾਰ ਦੀ ਜਾਂ ਬੇਰੁਜ਼ਗਾਰੀ ਦੀ ਹੀ ਗੱਲ ਕਰੀਏ ਗੇਨਫੁਲ ਇੰਪਲੋਇਮੈਂਟ ਕਿਸ ਤਰ੍ਹਾਂ ਇਹ ਸੁਧਾਰ ਲੈ ਕੇ ਆ ਸਕਦੀ ਹੈ ਨੀਅਰ ਫਿਊਚਰ ਦੇ ਵਿੱਚ ਇੱਕ ਪੋਜ਼ਿਟਿਵ ਚੇਂਜ ਲੈ ਕੇ ਆ ਸਕਦੀ ਹੈ ਉਹਨੂੰ ਸਮਝਣ ਲਈ ਤੇ ਉਹਦੇ ਬਾਰੇ ਡਿਸਕਸ਼ਨ ਕਰਨ ਲਈ ਸਾਡੇ ਨਾਲ ਜੁੜੇ ਹਨ ਡਾਕਟਰ ਸੁਖਮੰਦਰ ਸਿੰਘ ਜੀ ਡਾਕਟਰ ਸੁਖਮੰਦਰ ਸਿੰਘ ਜੀ ਤੁਸੀਂ ਇੱਕ ਇੰਜੀਨੀਅਰ ਹੋਣ ਦੇ ਨਾਤੇ ਇੱਕ ਪ੍ਰੋਫੈਸਰ ਇੱਕ ਐਜੂਕੇਟਰ ਹੋਣ ਦੇ ਨਾਤੇ ਬਹੁਤ ਐਮਫੈਸਿਸ ਹਮੇਸ਼ਾ ਰੱਖਦੇ ਹੋ ਟੈਕਨੀਕਲ ਸਕਿੱਲਸ ਉੱਤੇ
ਉਹੀ ਟੈਕਨੀਕਲ ਸਕਿੱਲਸ ਕਿਤੇ ਨਾ ਕਿਤੇ ਜਾ ਕੇ ਸ਼ਾਇਦ ਪੰਜਾਬ ਨੂੰ ਬਚਾ ਸਕਦੇ ਆ, ਖਾਸ ਕਰਕੇ ਜਦੋਂ ਉਹਨਾਂ ਨੂੰ ਇੰਪਲੋਇਮੈਂਟ ਦੇ ਨਾਲ ਜੋੜਿਆ ਜਾਏ, ਗੇਨਫੁਲ ਇੰਪਲੋਇਮੈਂਟ। ਐਂਡ ਇੰਪਲੋਇਮੈਂਟ ਹਰ ਇੱਕ ਖੇਤਰ ਦੇ ਵਿੱਚ, ਇਹ ਨਹੀਂ ਕਿ ਅਸੀਂ ਸਿਰਫ ਇੱਕ ਪਾਸੇ ਹੀ ਲੋਕਾਂ ਨੂੰ ਲਾਣਾ ਹੈ। ਹਰ ਇੱਕ ਲੈਵਲ, ਹਰ ਇੱਕ ਐਜੂਕੇਸ਼ਨ ਲੈਵਲ ਐਂਡ ਸੁਸਾਇਟਲ ਲੈਵਲ ਦੇ ਇੰਡੀਵਿਜੂਅਲ ਨੂੰ ਗੇਨਫੁਲ ਇੰਪਲੋਇਮੈਂਟ ਦਾ ਅਗਰ ਓਪਰਚੁਨਿਟੀ ਅਗਰ ਦਿੱਤੀ ਜਾਏ, ਕਿਸ ਤਰ੍ਹਾਂ ਉਹ ਸਿਸਟਮ ਨੂੰ ਬਦਲ ਸਕਦੇ, ਉਹਦੇ ਬਾਰੇ ਗੱਲ ਕਰ ਰਹੇ ਹਾਂ। ਪੰਜਾਬ ਸੁਧਾਰ ਲਹਿਰ, ਇਹ ਤੁਸੀਂ ਇੱਕ ਟਰਮ ਸਾਡੇ ਨਾਲ ਸ਼ੇਅਰ ਕੀਤੀ ਸੀ, ਕਿਉਂਕਿ ਸਿਸਟਮ ਨੂੰ ਚੇਂਜ ਕਰਨ ਦੀ ਪਹਿਲੇ ਲੋੜ ਹੈਗੀ, ਸਪੈਸ਼ਲੀ ਦ ਕਰਪਸ਼ਨ। ਸਭ ਤੋਂ ਪਹਿਲੇ ਇਸ ਚੀਜ਼ ਨੂੰ ਟੈਕਲ ਕਰਨ ਲਈ ਇਸ ਪੰਜਾਬ ਸੁਧਾਰ ਲਹਿਰ ਬਾਰੇ ਪਲੀਜ਼ ਸਾਨੂੰ ਦੱਸੋ। ਮੇਰਾ ਆਈਡੀਆ ਇਹ ਹੈ ਸੀਗਾ ਕਿ ਕੋਈ ਥਿੰਕ ਟੈਂਕ ਬਣਾਇਆ ਜਾਵੇ, ਨਾ ਕਿ ਫਿਲਾਸਫਰਸ ਦਾ, ਦੂਜਿਆਂ ਦਾ, ਹਾਂ ਕਿ ਦੇ ਵੈਰੀ ਇੰਪੋਰਟੈਂਟ, ਐਂਟਰਪ੍ਰੈਨਿਓਰ ਔਰ ਇੰਜੀਨੀਅਰਸ ਦਾ ਬਣਾਇਆ ਜਾਵੇ, ਜਿਹਦੇ ਨਾਲ ਕਿ ਤੁਸੀਂ ਨਾ ਮਤਲਬ ਦੇ ਸ਼ੁਡ ਬੀ ਆਨੈਸਟ ਕਿ ਤੁਸੀਂ somehow the other, I must say that the bureaucratic system we have, IAS ਹੋਇਆ, ਦੂਜੇ ਸੈਕਟਰੀ ਹੋਇਆ, you know, this system is not in England. English ਕੋਈ IAS ਨਹੀਂ ਹੈਗਾ। IAS ਇੱਕ slavery ਹੈ, you know, DC ਬਣਾਤਾ ਸਾਡੇ ਉੱਤੇ। No, sometimes the DC will order ਕਿ ਤੇ ਬ੍ਰਿਜ ਬਣਾ ਦਿਓ ਜੀ, ਤੇ ਚੀਫ ਇੰਜੀਨੀਅਰ ਕਹਿੰਦਾ ਜੀ ਇਹ feasibility ਨਹੀਂ, ਉੱਤੇ ਬਣਨਾ ਚਾਹੀਦਾ, ਜਾਂ ਪੋਲੀਟੀਸ਼ੀਅਨ ਕਹੇਗਾ ਨਹੀਂ ਇੱਥੇ ਬਣਾਓ ਕਿਉਂਕਿ ਇੱਥੇ ਬੰਦਿਆਂ ਨੂੰ ਕਿ ਨਾ ਵੋਟ ਲੈਣੀ ਹੈ ਮੈਥੋਂ, ਤੇ ਬਣੇ ਨਾ ਬਣੇ ਬਣਾ ਦਿਓ। ਫਿਰ ਉਹ ਦਵਾ ਦਵ ਜੀ ਕੰਟਰੈਕਟਰ ਲਏ, ਉਹ ਅਲਸੂ ਪਲਸੂ ਬਣਾਤਾ, ਟੁੱਟ ਗਿਆ, ਜੋ ਹੋ ਗਿਆ ਉਹ ਹੋ ਗਿਆ। That's why I mean, you know, if Punjab the development lead, we should somehow, can we sideline those politicians and bring entrepreneurs, engineers, and those kind of thinking people together, that kind of think tank concept. Now again, I'm telling you something I just said in a more detailed way. I know ਕਿ ਬਹੁਤ ਔਖਾ ਕੰਮ ਹੈ ਕਿ ਪੰਜਾਬ ਦੇ ਜਾ ਕੇ ਬਹਿ ਕੇ ਮੈਂ ਕਹਾਂ ਜੀ ਇੰਨੇ ਡੈਮ ਅਸੀਂ ਹਰ ਦਿਨ ਬਣਾ ਸਕਦੇ ਹਾਂ, ਤੇ ਇੰਨੇ ਹਜ਼ਾਰਾਂ ਲੱਖਾਂ ਪੰਜਾਬ ਮਿਲ ਜਾਣਗੇ, ਤੇ ਇੰਨੀ ਬਿਜਲੀ ਪੈਦਾ ਹੋਏਗੀ। ਦੱਸ ਸਕਦੇ ਹਾਂ ਅਸੀਂ ਉਹਨਾਂ ਨੂੰ ਕਲੀਅਰਲੀ, ਡਿਜ਼ਾਈਨ ਦੇ ਸਕਦੇ ਹਾਂ ਉਹਨਾਂ ਨੂੰ, ਪਰ ਸੁਣਨਗੇ ਕਿ ਨਹੀਂ ਸੁਣਨਗੇ ਸਾਡੀ। ਉਹਦੀ ਐਗਜ਼ਾਮਪਲ ਦਿੰਦੇ ਹਾਂ ਅਸੀਂ। ਚਰਨਜੀਵ ਵਾਜ਼ ਏ ਸੈਕਟਰੀ ਟੂ ਕਰਨਾਟਕਾ ਗਵਰਨਮੈਂਟ। ਯੂ ਨੋ ਕਰਨਾਟਕਾ ਦੇ ਵਿੱਚ ਰੌਲਾ ਹੈਗਾ, ਕਾਵੇਰੀ ਰਿਵਰ ਜਾਂਦਾ ਹੈ, ਕੋ ਤਾਮਿਲਨਾਡੂ ਕਹਿੰਦੇ ਸਾਨੂੰ ਦੇ ਆਦਾ ਪਾਣੀ, ਜਿਵੇਂ ਸਾਡੇ ਜਿਵੇਂ SYL ਕਨਾਲ ਚੱਕਰ ਹੈ। ਉਹਨੇ ਕੀ ਕੀਤਾ ਵੀ ਇਹ ਯੂਜ਼ ਕਰਦੇ ਵੀ ਪਾਣੀ ਯੂਜ਼ਲੈਸ ਨਹੀਂ ਹੋ ਰਿਹਾ ਕਰਨਾਟਕ ਦੇ, ਉਹ ਹੈ। He set up and developed a very wonderful marketing report. ਵੀ ਕਿੱਦਾਂ ਮੈਂ ਯੂਜ਼ ਕਰਾਂਗਾ, ਇੱਥੇ ਉਹ ਕਰਾਂਗਾ। ਉਹ ਮਾਰਕੀਟਿੰਗ ਰਿਪੋਰਟ ਲੈ ਕੇ ਉਹ ਵਰਲਡ ਬੈਂਕ ਕੋਲ ਚਲੇ ਗਏ। ਵਰਲਡ ਬੈਂਕ ਨੇ ਪੂਰਾ ਰੱਜ ਕੇ ਲੋਨ ਦਿੱਤਾ ਉਹਨੂੰ, ਉਹ ਬਣਾਤਾ ਉੱਥੇ। ਚਰਨਜੀਵ ਹਾਲੇ ਵੀ ਜਿੰਦਾ ਹੈ, ਉਹਦੇ ਨਾਲ ਗੱਲ ਕਰਕੇ ਦੇਖੋ ਕਿ ਇਸੇ ਤਰ੍ਹਾਂ ਹੀ ਪੰਜਾਬ ਦੇ ਬੰਦਿਆਂ ਨੂੰ ਦੱਸਣਾ ਚਾਹੀਦਾ, ਉਹ ਭਾਈ ਇੱਥੇ ਬੈਠੇ ਨੇ ਤੁਹਾਡੇ ਕੋਲ ਆਲਰੇਡੀ, ਉਹ ਵੀ ਇੰਜੀਨੀਅਰ ਦੀ, ਤੁਸੀਂ construction of earthen dam along the Shivalik Hills, on those things, prepared a market plan or get some design there too, so that take this report to the World Bank. A World Bank is keen to loan money, और दो चार बनाओ करो, शुरू करो, इन्ना जाब उसे मिलेगा, इन्नी बिजली मिल जाएगी, इन्ना पानी मिल जाएगा। दूसरे पास जाओ, go get the other side of this one, you know. This I'm talking of these two things where government has to be involved. जी तो ਹੁਣ ਸਾਡੇ ਮੁਲਕ ਚ ਪੰਜਾਬ ਦੇ ਵਿੱਚ GT road and railway line parallel run ਕਰਦੀਆਂ। ਹਾਂਜੀ, ਹਾਰਡਲੀ ਕਿਸੇ ਕੰਟਰੀ ਦੇ ਵਿੱਚ ਇਹ ਚੀਜ਼ ਹੈਗੀ ਹੈ ਕਿ such a thing could be created half a mile this way of that, half a mile that way in industrial belt, backed up by such stable climate as Punjab, backed up such skilled Punjabis that we are. If they set up an industrial belt, they can ask Toyota, Honda, ਵੀ ਤੁਹਾਡੀ ਕਾਰਾਂ ਅਸੀਂ ਇੱਥੇ ਅਸੈਂਬਲ ਕਰਾਂਗੇ, ਇੱਥੇ ਅਸੈਂਬਲ ਹੁੰਦੀਆਂ ਨੇ, ਅਸੀਂ 1/3 ਪ੍ਰਾਈਸ ਅਸੈਂਬਲ ਕਰ ਦਾਂਗੇ, ਤੁਹਾਨੂੰ ਆਉਣ ਤੁਹਾਡੇ ਬੱਚੇ ਉੱਥੇ ਲਗਾਓ, ਉੱਥੇ ਨਾਲੇ ਅਸੈਂਬਲ ਕਰੋ ਕਾਰਾਂ। ਇੰਡਸਟਰੀਅਲ ਬੈਲਟ can be created, but there has to be a government assistance. How and where? I mean, all I'm saying is this: we need to focus on these kind of projects rather than ਜਿਵੇਂ ਅਸੀਂ ਦੋ ਕਾਲਜ ਖੋਲ ਦੇਣੇ, ਉੱਥੇ ਇਹ ਖੋਲ ਦੇਣਾ ਤੇ ਉਹ ਖੋਲ ਦੇਣਾ, ਜਾਂ ਉਹਨੂੰ ਕਿ ਫ੍ਰੀ ਬਿਜਲੀ ਦੇ ਦੇਣੀ, ਉਹਨੂੰ 1000 ਰੁਪਏ ਦੇ ਦੇਣਾ, ਉਹਨੂੰ ਇਹ ਦੇ ਦੇਣੇ ਆ। This is good, but try to bring to the people's attention awareness ਵੀ ਇਸ ਤਰ੍ਹਾਂ ਨਾਲ ਸਾਡੇ ਪੰਜਾਬ ਦਾ ਭਲਾ ਹੋਏਗਾ, ਮੋੜ ਪਏਗਾ, employment ਆਏਗੀ, prosperity ਵਧੇਗੀ, you know. ਹੁਣ now there are some diaspora ਬੰਦੇ ਅਸੀਂ ਆ ਕੇ ਜਾਂਦੇ ਹਾਂ, ਜਾਂ ਉਸ ਜਾਂਦੇ, ਸਾਡਾ ਦੋਸਤ ਗਿਆ, ਅਸੀਂ ਜਦੋਂ ਲਾਰਜ ਸਕੇਲ ਬੇਸ ਤੇ ਸੋਚਦੇ ਨਾ, ਅਸੀਂ ਮੈਂ ਪੁਰਾਣੀ ਫੈਕਟਰੀ ਲਾਉਣੀ ਆ, ਗਵਰਨਮੈਂਟ ਕਹਿੰਦੀ ਮੈਂ ਇਹਨਾਂ ਸਦਿਓ, ਮੈਂ ਉਸ ਸਦਿਓ,
that's where unless corruption is gone ਸਾਡੇ ਬੰਦੇ ਫਸਟ ਹੋ ਕੇ ਮੁੜੇ ਆਉਂਦੇ ਨੇ ਬੁਰਾ ਹਾਲ ਹੁੰਦਾ ਹੈ ਨਾ ਕਾਫੀ ਪੈਸਾ ਲਾ ਦਿੰਦੇ ਲੱਖਾਂ ਕਰੋੜਾਂ ਚ ਫਿਰ ਗੱਲ ਹੀ ਬਣਦੀ ਹਾਰ ਕੇ ਹੱਥ ਖੜੇ ਕਰਕੇ ਵਾਪਸ ਆ ਜਾਂਦੇ ਨੇ my approach is this ਕਿ we got to start with a small scale ਕਿ ਅਸੀਂ not only ਆਪਣੇ ਵਿਲੇਜ ਤੋਂ ਆਪਣੇ ਵਿਲੇਜ ਕਰੋ ਚੁੱਕਦੇ ਹੁਣ SGPC ਕੋਲ ਕਿੰਨਾ ਪੈਸਾ they can set up a non-industrial trust ਉਹ ਲੈ ਵੀ ਬੱਚੇ ਅਸੀਂ 3 ਲੱਖ ਸੀਡ ਬਣੀ ਦਿੰਦੇ ਆ ਤੇ ਤੂੰ ਇੱਕ ਮਕੈਨਿਕ ਸ਼ਾਪ ਖੋਲ ਤੂੰ ਪਲੰਬਿੰਗ ਸ਼ਾਪ ਖੋਲ ਜਦੋਂ ਇਹ ਸ਼ੁਰੂ ਹੋ ਗਈਆਂ ਨਾ ਬੱਚਿਆਂ ਨੂੰ ਇਹ ਰੀਸ ਦੀ ਘੜੀ ਸਾ ਫਿਰ ਜਾਂ ਆਪਣੇ ਪਿੰਡ ਦੇ ਬੰਦੇ ਨੂੰ ਕਹੋ ਜੀ ਮੈਂ NRI ਆ ਸਾਡੇ ਪਿੰਡ ਦੇ ਬੱਚੇ ਕੋਈ IT ਦਾ ਕੋਰਸ ਕਰਕੇ ਆਇਆ ਹੈ ਹਾਂ ਯਾਰ ਤੂੰ ਕੋਰਸ ਲੈ ਬੇਟੇ ਤੂੰ ਐ ਕਰ ਤੈਨੂੰ ਨਾ ਇੰਨੇ ਕੁ ਪੈਸੇ ਦੇ ਦੇਣਾ ਤੇ ਤੂੰ ਬਾਹਰ ਜਾ ਕੇ ਸ਼ਹਿਰ ਦੇ ਬਾਅਦ ਇੱਕ ਦੁਕਾਨ ਖੋਲ ਲੈ ਇਲੈਕਟ੍ਰੀਸ਼ੀਅਨ ਦੀ ਤੈਨੂੰ ਪੈਸਾ ਦੇਤਾ ਤੂੰ ਸ਼ੁਰੂ ਕਰ ਕੰਮ ਸ਼ੁਰੂ ਦੇਖ ਤੇ ਤੈਨੂੰ ਆਪਣੇ ਕੰਮ ਆ ਜਾਏਗਾ ਇਹ ਸਮਾਲ ਸਕੇਲ ਹੈਗਾ ਇਹਦੇ ਨਾਲ ਨਾ ਬੱਚਿਆਂ ਨੂੰ ਮੋੜ ਪਏਗਾ ਔਰ ਇਹ ਸਮਾਲ ਸਕੇਲ ਤੇ ਮੁਹੰਮਦ ਯੂਨਸ ਨੇ ਬੰਗਲਾਦੇਸ਼ ਜਿੱਦਾਂ ਸ਼ੁਰੂ ਕੀਤਾ ਸੀਗਾ ਔਰਤਾਂ ਵਿਹਲੀਆਂ ਬੈਠੀਆਂ ਫਰਜ਼ ਕਰੋ ਦੂਜੇ ਜਵਾਬ ਨਹੀਂ ਗਏ ਉਹਨਾਂ ਨੂੰ ਕਹਿੰਦਾ ਤੁਸੀਂ ਕੱਪੜੇ ਸਿਉਣ ਜਾਣਦੇ ਹੋ ਚਲੋ ਠੀਕ ਹੈ ਪਹਿਲਾਂ ਮਸਾਂ ਵੇੜ ਲਈ 100 ਔਰਤ ਦਿੱਤਾ ਪੈਸਾ ਉਹ ਲੱਗੀ ਕੱਪੜੇ ਸਿਉਣ ਵਧ ਗਿਆ ਹੋਰ ਵਧ ਗਿਆ ਇੱਥੋਂ ਤੱਕ ਕਿ ਹਾਰ ਕੇ ਉਹਨੇ ਲਾਰਜ ਸਕੇਲ ਦੇ ਵਿੱਚ ਬੈਂਕ ਨੇ ਲੋਨ ਦਿੱਤਾ ਔਰ ਇੰਨੀ ਇੰਪਲੋਇਮੈਂਟ ਉੱਥੇ ਹੋ ਗਈ ਉਹਨੂੰ ਨੋਬਲ ਪ੍ਰਾਈਜ਼ ਮਿਲਿਆ ਸੋ ਇਸ ਕਰਕੇ ਮੈਂ ਕਹਿਣਾ ਹੈਗਾ ਇਹ ਜਿਹੜਾ ਨਾ ਇੱਕ ਕਈ ਪ੍ਰੋਜੈਕਟ ਨੇ ਜਿਹੜੇ ਕਿ ਲਾਰਜ ਸਕੇਲ ਤੇ ਗਵਰਨਮੈਂਟ ਦੇ ਨਾਲ ਰਲ ਕੇ ਕਰਨੇ ਪੈਣਗੇ ਪ੍ਰੋਵਾਈਡਡ ਵੀ ਪ੍ਰਮੋਟ ਐਂਟਰਪ੍ਰੀਨਿਓਰਸ਼ਿਪ we put scientific and those achievements provided we understand our natural resources and how to set up system consistent with the natural resources this has to be a think tank this has to be something has to be nuts and bolts likhne chahiye ne और लिखे जा सकते हैं किया जा सकता है जी डेयरी फार्मर फॉर एग्जांपल मैंने जब बंदे ने फिशरी खोली सी जी इट्स सो सक्सेसफुल जी लोकल स्मॉल लेवल पे जी ਡਾਕਟਰ ਸੁਖਮੰਦਰ ਜੀ ਤੁਸੀਂ ਨੈਚੁਰਲ ਰਿਸੋਰਸਿਸ ਦੀ ਗੱਲ ਕਰ ਰਹੇ ਹੋ ਦੈਟ ਇਜ਼ ਐਟ ਦ ਸੈਂਟਰ ਪੀਸ ਆਫ ਦਿਸ ਥਿਊਰੀ ਕਿ ਕਿਸ ਤਰ੍ਹਾਂ ਇੰਪਲੋਇਮੈਂਟ ਦੇ ਰਾਹੀਂ ਅਸੀਂ ਪੰਜਾਬ ਦਾ ਸੁਧਾਰ ਲੈ ਕੇ ਆ ਸਕਦੇ ਹਾਂ ਪੰਜਾਬ ਦੇ ਵਿੱਚ ਜੋ ਵੱਖ-ਵੱਖ ਸਮੱਸਿਆਵਾਂ ਹਨ ਉਹਨਾਂ ਦਾ ਹੱਲ ਹੋ ਸਕਦਾ ਹੈ ਆਈ ਵਾਂਟ ਟੂ ਟਾਕ ਅਬਾਊਟ ਥੀਸ ਨੈਚੁਰਲ ਰਿਸੋਰਸਿਸ ਥੋੜੀ ਜਿਹੀ ਹੋਰ ਇਨ ਡੈਪਥ ਤਰੀਕੇ ਦੇ ਨਾਲ ਇੱਕ ਹੋਰ ਬ੍ਰੇਕ ਦਾ ਇੱਥੇ ਸਮਾਂ ਆ ਗਿਆ ਵਿਊਅਰਸ ਤੁਸੀਂ ਵੀ ਸਾਡੇ ਨਾਲ ਜੁੜੇ ਰਹੋ ਨੈਚੁਰਲ ਰਿਸੋਰਸਿਸ ਜਿਨ੍ਹਾਂ ਦੀ ਕਦੀ ਅਬੰਡੈਂਸ ਹੁੰਦੀ ਸੀ ਪੰਜਾਬ ਦੇ ਵਿੱਚ ਹਜੇ ਵੀ ਉਹਨਾਂ ਨੂੰ ਲੈਵਰੇਜ ਕੀਤਾ ਜਾ ਸਕਦਾ ਸ਼ਾਇਦ ਰਿਸਟੋਰ ਵੀ ਕੀਤਾ ਜਾ ਸਕਦਾ ਇੱਕ ਵਾਰੀ ਫਿਰ ਪੰਜਾਬ ਦੇ ਵਿੱਚ ਤਰੱਕੀ ਤੇ ਬਰਕਤ ਲੈ ਕੇ ਆਉਣ ਲਈ ਉਹਦੀ ਗੱਲ ਕਰਾਂਗੇ ਬ੍ਰੇਕ ਤੋਂ ਉਸ ਪਾਰ ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹਾਂ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਸਾਡਾ ਹਮੇਸ਼ਾ ਮੁੱਦਾ ਪੰਜਾਬ ਦੇ ਨਾਲ ਕਿਤੇ ਨਾ ਕਿਤੇ ਜੁੜਿਆ ਰਹਿੰਦਾ ਹੈ ਜਦੋਂ ਅਸੀਂ ਇੱਥੇ ਦੇ ਪੋਲੀਟੀਕਲ ਸਿਸਟਮ ਦੀ ਵੀ ਗੱਲ ਕਰਦੇ ਹਾਂ ਸਾਡੀ ਉਮੀਦ ਹੁੰਦੀ ਹੈ ਕਿ ਇੱਥੇ ਆਪ ਦੀ ਕਮਿਊਨਿਟੀ ਦੀ ਪਾਵਰ ਵਧਾ ਕੇ ਕਿਸੇ ਨਾ ਕਿਸੇ ਹੱਦ ਤੱਕ ਉਸ ਪਾਵਰ ਨੂੰ ਇਸਤੇਮਾਲ ਕੀਤਾ ਜਾਏ ਪੰਜਾਬ ਨੂੰ ਸੁਧਾਰਨ ਲਈ ਭਾਵੇਂ ਉਹ ਇੱਕ ਕਾਰੋਬਾਰਿਕ ਤੌਰ ਤੇ ਇੱਕ ਪੋਲੀਟੀਕਲ ਜਾਂ ਸਰਕਾਰੀ ਤੌਰ ਤੇ ਇੱਕ ਐਂਟਰਪ੍ਰੈਨਿਓਰ ਜਾਂ ਕਿਸੇ ਸੋਸ਼ਲ ਚੈਰਿਟੀ ਸੰਸਥਾ ਦੇ ਤੌਰ ਤੇ ਹੋਏ ਬਟ ਇਨ ਸਾਰੀ ਚੀਜ਼ਾਂ ਨੂੰ ਲੈ ਕੇ ਜਦੋਂ ਐਗਜ਼ੀਕਿਊਸ਼ਨ ਦਾ ਟਾਈਮ ਆਉਂਦਾ ਇੱਕ ਸਿੰਪਲ ਚੀਜ਼ ਹੈਗੀ ਜਿਹਦੇ ਨਾਲ ਪੰਜਾਬ ਦੇ ਵਿੱਚ ਪੋਜ਼ਿਟਿਵ ਚੇਂਜ ਆ ਸਕਦਾ ਹੈ ਜਦੋਂ ਬੇਰੁਜ਼ਗਾਰੀ ਦੀ ਗੱਲ ਹੁੰਦੀ ਹੈ ਜਾਂ ਬ੍ਰੇਨ ਡਰੇਨ ਦੀ ਗੱਲ ਹੁੰਦੀ ਹੈ ਉਹ ਸਾਰੀ ਚੀਜ਼ਾਂ ਜੁੜੀਆਂ ਹੋਈਆਂ ਕਿਉਂ ਬੱਚੇ ਪੰਜਾਬ ਛੱਡ ਕੇ ਜਾ ਰਹੇ ਹੈ ਕਿਉਂ ਜੋ ਅਸੀਂ ਕਹਿੰਦੇ ਹਾਂ ਜਿਸ ਤਰ੍ਹਾਂ ਗੱਭਰੂ ਪੰਜਾਬ ਦੇ ਨਕਲੀ ਟੈਸਟ ਸਕੋਰ ਲੈ ਕੇ ਅਮਰੀਕਾ ਕੈਨੇਡਾ ਆ ਕੇ ਲੋ ਲੈਵਲਸ ਜੌਬ ਲੈ ਰਹੇ ਬਿਕੋਜ਼ ਉਹ ਇੰਨਾ ਤੁਸੀਂ ਕਹਿ ਲਓ ਮਾੜੀ ਸੋਚ ਰੱਖਦੇ ਆ ਪੰਜਾਬ ਦੇ ਫਿਊਚਰ ਬਾਰੇ ਇੱਥੇ ਆ ਕੇ ਉਹ ਕੋਈ ਵੀ ਲੋ ਲੈਵਲ ਜੌਬ ਕਰਨ ਨੂੰ ਤਿਆਰ ਹਨ ਬਟ ਉੱਥੇ ਰਹਿਣ ਲਈ ਨਹੀਂ ਤਿਆਰ ਹਨ ਉਸ ਚੀਜ਼ ਨੂੰ ਬਦਲਣ ਲਈ ਕਿਸ ਤਰ੍ਹਾਂ ਨਾ ਕਿ ਸਿਰਫ ਗੇਨਫੁਲ ਇੰਪਲੋਇਮੈਂਟ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ ਬਟ ਪੰਜਾਬ ਦੇ ਨੈਚੁਰਲ ਰਿਸੋਰਸਿਸ ਦਾ ਇਸ ਸਾਰੇ ਸਿਨੈਰੀਓ ਦੇ ਵਿੱਚ ਕੀ ਰੋਲ ਹੈ ਇਹਨੂੰ ਸਮਝਣ ਲਈ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਡਾਕਟਰ ਸੁਖਮੰਦਰ ਸਿੰਘ ਜੀ ਡਾਕਟਰ ਸਾਹਿਬ ਹਮੇਸ਼ਾ ਤੁਸੀਂ ਸਾਨੂੰ ਸਾਇੰਸ ਤੇ ਜੋ ਸਾਡੀ ਸੋਸ਼ਲ ਪ੍ਰੋਬਲਮਸ ਹਨ ਉਹਨਾਂ ਦੀ ਓਵਰਲੈਪ ਬਾਰੇ ਜਾਣਕਾਰੀ ਦਿੰਦੇ ਹੋ ਐਜ਼ ਅ ਮੈਨ ਆਫ ਸਾਇੰਸ ਯੋਰਸੈਲਫ ਖਾਸ ਕਰਕੇ ਜਦੋਂ ਇੰਜੀਨੀਅਰਿੰਗ ਦੀ ਗੱਲ ਆਉਂਦੀ ਹੈ ਤੁਸੀਂ ਰੀਅਲ ਵਰਲਡ ਐਪਲੀਕੇਸ਼ਨਸ ਨਾ ਕਿ ਸਿਰਫ ਡਿਜ਼ਾਈਨ ਕੀਤੀਆਂ ਇੰਪਲੀਮੈਂਟ ਕੀਤੀਆਂ ਉਹਨਾਂ 'ਤੇ ਐਗਜ਼ੀਕਿਊਸ਼ਨ ਕੀਤੀ ਹੋਈ ਹੈ ਤੁਹਾਨੂੰ ਇਨ ਸਾਰੀ ਚੀਜ਼ਾਂ ਦਾ ਨਤੀਜਾ ਇੱਕ ਸਾਇੰਟੀਫਿਕ ਤੌਰ 'ਤੇ ਪਤਾ ਯੂ ਹੈਵ ਦ ਡੇਟਾ ਟੂ ਸਪੋਰਟ ਇਟ ਪੰਜਾਬ ਕਦੀ ਮੰਨਿਆ ਜਾਂਦਾ ਸੀ ਦ ਬ੍ਰੈਡ ਬਾਸਕਟ ਆਫ ਦ ਵਰਲਡ ਪੰਜ ਦਰਿਆਵਾਂ
abundance of natural resources, ਚਾਹੇ ਅੱਜ environmentally speaking ਉਹ ਚੀਜ਼ਾਂ ਸਾਰੀ ਹੀ ਖਤਰੇ 'ਚ ਹਨ, ਬਟ ਫਿਰ ਵੀ ਅਸੀਂ ਇਨ ਨੈਚੁਰਲ ਰਿਸੋਰਸਿਸ ਨੂੰ ਕਿਤੇ ਨਾ ਕਿਤੇ ਲੈਵਰੇਜ ਕਰ ਸਕਦੇ ਹਾਂ ਇੱਕ ਬੈਟਰ ਫਿਊਚਰ ਲਈ। ਸ਼ਾਇਦ ਇਹਨਾਂ ਨੂੰ ਜੋ ਚੈਲੰਜਸ ਹਨ, ਜੋ ਡੇਂਜਰਸ ਹਨ, ਉਹਨਾਂ ਨੂੰ ਸ਼ਾਇਦ ਐਲੀਮੀਨੇਟ ਵੀ ਕਰ ਸਕਦੇ ਹਾਂ। ਲੈਟਸ ਟਾਕ ਅਬਾਊਟ ਸਮ ਆਫ ਦ ਨੈਚੁਰਲ ਰਿਸੋਰਸਿਸ ਜੋ ਕਿ ਪੰਜਾਬ ਦੇ ਵਿੱਚ ਇੱਕ ਇੰਪਲੋਇਮੈਂਟ ਬੇਸ ਨੂੰ ਐਸਟੈਬਲਿਸ਼ ਕਰਨ ਲਈ ਇਸਤੇਮਾਲ ਹੋ ਸਕਦੇ ਆ। Okay, I already talked about water. Agri products मैं तो दस चुके हैं। Fertile land now, ਇਹ ਹੁਣ ਤੁਸੀਂ ਫॉर एग्जांपल ਇੱਕ ਮਿਸਾਲ ਲੈ ਲਓ, ਠੀਕ ਹੈ, ਸਾਡੇ ਬੜਾ और ये भी थोड़ा जो ना ये जरा मेरा सजेशन है, ये भी मतलब इट्स डिफरेंट काइंड ऑफ थिंग। मिसाल के तौर पे बस मेरा गुस्से ना होना, चंडीगढ़ जाने किते जाने, जैसे सर्दी जाओ तो चारे पासे मार्बल लगे हैं, ठर जांदियां कोठियां, गर्मी जाओ तो ऊँ तप जांदियां ने, फिर AC लांदे ने करदे ने। मैं कहा यार तुसीं करी की जाने। एनीवे व्हाट occurred to me is this, you know, कि अजकल है ना बड़ा जी वो राइस जी कणक के जोड़े जिन्ने है रस्क वो सारिया पहली जाल रहे हैं, उदों वो जाल रहे हैं। मैं कहा यार हद की है, तुसीं इनू लैके श्रैड करो तो कले होंगी जी ना उस मिक्स करो, इन चंगी तरह मिक्स करके छोटी किरण है, मैं डिजाइन है उन्होंने वो इट्टां थप लो, बंदे ला लो तो वो बना, वो इंसुलेट होनी इट्टां पक्कियां क्योंकि उस श्रैड किया हुआ चीज़ां क्ले मिली हुई है। In other words, this is a concept which is not mass production but production by masses. Let me repeat, the concept is production by masses, not mass production. This concept from village to village can be done. को भैया इनू उत्थे ना साड़ो ना उन्होंने तो जां जे बिजली लगाते उन्होंने दे दो, बाकी बजदी श्रैड करके बंदे लेबर लै आओ, एक बंदा ये काम शुरू कर ले पिंड च, लो जी मैं तुहानूं इट्टां बना के देना, जिहड़ियां तुसीं बनाओगे घर वो सर्दियां नंगियां रहणगियां, गर्मी च गर्म नहीं होणगियां। ये घड़ा घर बना के देखो, किन्नियां महंगे महंगे इट्टां लैके आउणे, सीमेंट लैके आउणे, मार्बल तक लाई जाने हो, काम करदे विच इन्ना एक्सपेंसिव, ते फिर ठरू ठरू करदे रहने हो, फिर हीट लाउने अंदर, फिर वो जो AC करना पैंदा। ये ना एक ऐसी चीज़ है, सस्ती भी है और एक कमाल की चीज़ है। एकोडर च मैं गया सी, उत्थे दस के आया सी उन्होंने, ते उत्थे हुण PhD मुंडा सर्च कर रहा इस चीज़ ते, ये इंप्रूव किया जा सकता है। मकसद विचों ये हैगा कि ईवन पिंड च रहिंदे होए बंदे कैन क्रिएट दिस काइंड ऑफ थिंग। लै भी आ जाओ, लै चलो दसो तुसीं श्रैड करके बड़ी चिकनी मिट्टी मिलती हैगी, श्रैड करके थप के बंदे ला दो इट्टां चिकनी च थपका के देखो, तो तुसीं देखोगे कि भी एक घर बना के देख इन्हां दा यार तो देखी सी कितना कंफर्ट होएगा। तो इस करके ना ये मतलब इकोनॉमिकली भी है, दिस इज इदां दे सुजैशन है ना। प्रॉब्लम ये हैगी है कि ये स्मॉल स्केल ने, लेकिन जिहड़े वड्डे ने जिवें वड्डी डेयरी खोलनी है, दूजे खोलने हैं, मोस्ट इंपॉर्टेंट प्रॉब्लम हैगा कि हाउ टू डिसलॉज द करप्ट सिस्टम। वो जिन्ना चीज़ ना हुंदा काम नहीं हुंदा। हुण मैं उहदे बारे दसना चाहुंदा एक आम बंदियां नूं। आम पंजाब दे विच जिहड़ा असीं जो सफ़र कर रहे हैं ये हैगा, MLA ने दूजे बंदे ने वोटां लेण आउंदे ने, थोड़ा काम नहीं हुंदा असीं करा देंगे, चलो यार वोटां पा लो यार। आम साडा पंजाब दा बंदा भी लिबड़ चुक्या हैगा गर्ज करके। वो ये नहीं सोचता कि पंजाब दा भला किदां होएगा, या मेरा काम हो दो रुपये कम पास करो। MLA आ गया यार साडा वाकफ है फलाना, कल नूं काम फस जांदा है, काम करांदा है, कल नूं किसी ने मैं पर्चा देता मुंडे दे काम का थानेदार छड़दा नहीं गा, वो कॉल करो यार उन्होंने फलाने जून तो कॉल के छड़ दिंदा। हुण क्यों? क्योंकि सिस्टम तो हैगा, ला बने हुए, तहसीलदार दे कोई ला वन से एप्लीकेशन गोज ही मस्ट गिव द रजिस्ट्री, ਉਹਦੇ ਕੋਲ ਗਿਆ ਪਟਕੋਲ ਕਹਿੰਦੇ ਚਲਾ ਉਹ ਲਾ ਦੇ ਮੁਤਾਬਕ ਉਹ ਅਰਜ਼ੀਆਂ ਚਾਣੀਆਂ ਚਾਹੀਦੀਆਂ ਬਗੈਰ ਕਿਸੇ ਦੇ ਕਹਿਣ ਦੇ, ਲੇਕਿਨ ਅਰਜ਼ੀ ਖੜੀ ਰੱਖਦੇ ਆ ਜਾਂ ਤੂੰ ਅਖਬਾਰ ਕਰਦੇ ਨੇ ਜੇ ਕਹਿੰਦੇ ਨਹੀਂ। ਹੌਲੀ ਹੌਲੀ ਇਹ ਸਿਸਟਮ ਜਿਹੜਾ ਸੀ ਨਾ ਉਹ MLA ਤੇ ਉਹ ਸਿਸਟਮ ਬਣ ਗਿਆ। ਅਸੀਂ ਸਿਸਟਮ ਹਾਂ, ਅਸੀਂ ਕੰਮ ਕਰਾ ਕੇ ਦੇਵਾਂਗੇ। ਇਹ ਇੱਕ ਬੜਾ ਇੰਪੋਰਟੈਂਟ ਪੁਆਇੰਟ ਸੁਣਨ ਵਾਲਾ ਸਾਡੇ ਬੱਚਿਆਂ ਨੂੰ, ਇਹ ਸਾਡੇ ਬੰਦਿਆਂ ਨੂੰ ਇੱਕ ਦਿਮਾਗ 'ਚ ਘਰ ਕਰ ਜਾਏ ਕਿ ਸਿਸਟਮ ਉਹ ਨਹੀਂ ਹੈਗੇ ਹੈ, ਉਹ ਨਹੀਂ ਕੰਮ ਕਰਾਉਣਗੇ। ਉਹ ਤੁਹਾਡੇ ਅੰਦਰ ਕੱਟ ਕੇ ਭਰ ਦਿੱਤਾ ਤਾਂ ਤੂੰ ਵੋਟਾਂ ਪਾਉਣੀ ਉਹਨਾਂ ਨੂੰ ਵੀ ਸਾਡੇ ਕੰਮ ਕਰਾ ਦੇਗਾ। ਕੰਮ ਤੇ ਤੁਹਾਡਾ ਆਟੋਮੈਟਿਕਲੀ ਸਿਸਟਮ ਬਣਿਆ ਹੋਣਾ ਚਾਹੀਦਾ। ਇਹ ਸਿਸਟਮ ਨਹੀਂ ਹੈਗੇ ਪਰ ਇਹ ਸਿਸਟਮ ਬਣ ਗਏ। ਇਸ ਕਰਕੇ ਉਧਰੋਂ ਆਪਣੇ ਬੰਦੇ ਗਰਜ ਕਰ ਰਹੇ ਨੇ ਔਰ ਉਧਰੋਂ ਵੀ ਇਹ ਹੋ ਫਿਰਦਾ ਜੀ ਉਹ ਕਰੇਗਾ ਕਾਲ ਕਰ ਦੇਗਾ ਤਾਂ ਕੰਮ ਹੋ ਜਾਏਗਾ, ਨਹੀਂ ਕਰੇਗਾ। ਇਹ ਨਹੀਂ ਹੈਗਾ। ਇਹ ਜਿੰਨਾ ਚਿਰ ਸਾਡੇ ਦਿਮਾਗ 'ਚੋਂ ਇਹ ਨਹੀਂ ਜਾਂਦਾ ਕਿ ਇਹ MLA ਅਫਸਰ ਕਹਿ ਰਹੇ ਇਹ ਸਿਸਟਮ ਨਹੀਂ ਹੈਗੇ, ਵਜ਼ੀਰ ਵਗੈਰਾ ਸਿਸਟਮ ਤੇ ਆਲਰੇਡੀ ਸੈੱਟ ਹੋਇਆ ਪਿਆ। You know, this should go.
ਸੋ ਇਸ ਕਰਕੇ ਇਹ ਇੱਕ ਬੜਾ ਜ਼ਰੂਰੀ ਹੈ ਕਿ ਅਵੇਅਰਨੈਸ ਲਿਆਉਣੀ ਕਿ ਯੂ ਆਰ ਦਾ ਵਨ, they don't have the power, you have the power, you are the one who dictate. ਤੁਹਾਡੇ ਸਿਸਟਮ ਨੇ, they are your servant, they are to obey the system, you have it. ਡਾਕਟਰ ਸਾਹਿਬ ਤੁਸੀਂ ਪਹਿਲੇ ਕਹਿ ਚੁੱਕੇ ਹੋ ਸਾਡੇ ਇੱਕ ਅਰਲੀਅਰ ਪ੍ਰੋਗਰਾਮ ਦੇ ਵਿੱਚ, ਮੈਂ ਫਿਰ ਇਸ ਗੱਲ ਨੂੰ ਦੁਹਰਾਉਣਾ ਚਾਹੁੰਦੀ ਹਾਂ। You said a while back, beware of politicians. ਭਾਵੇਂ ਅਸੀਂ ਹਿਸਟਰੀ ਦੇ ਪੰਨਿਆਂ ਨੂੰ ਪਹਿਲੇ ਪੜ੍ਹ ਲਈਏ ਜਾਂ ਕਰੰਟ ਡੇ ਦੇ ਵਿੱਚ ਜੋ ਹੋ ਰਿਹਾ ਹੈ, ਪੋਲੀਟੀਸ਼ੀਅਨਸ ਨੇ ਹਮੇਸ਼ਾ ਆਪ ਦੀ ਸੀਟ ਨੂੰ ਬਚਾਉਣ ਲਈ ਫੈਸਲੇ ਕਰਨੇ ਹੈ, ਬਟ ਵੀ ਐਜ਼ ਅ ਪੀਪਲ ਇਲੈਕਟ ਦੈਮ, ਅਤੇ ਸਾਡੀ ਵੀ ਇੱਥੇ ਜ਼ਿੰਮੇਵਾਰੀ ਬਣਦੀ ਹੈ। ਐਂਡ ਜਦੋਂ ਅਸੀਂ ਸਿਸਟਮ ਨੂੰ ਬਦਲਣ ਦੀ ਗੱਲ ਕਰਦੇ ਹਾਂ, ਖਾਸ ਕਰਕੇ ਅਗਰ ਅਸੀਂ ਇੰਪਲੋਇਮੈਂਟ ਜਾਂ ਟੈਕਨੀਕਲ ਇੰਪਲੋਇਮੈਂਟ, ਪੰਜਾਬ ਦੇ ਜੋ ਸਕਿਲਡ ਵਰਕਰਸ ਹਨ, ਉਹ ਕਿਸ ਤਰ੍ਹਾਂ ਇਸ ਸਿਸਟਮ ਦੇ ਵਿੱਚ ਹੋਰ ਇੱਕ ਵੱਡੇ ਲੈਵਲ 'ਤੇ ਆਪ ਦੀ ਪਾਵਰ ਐਗਜ਼ਰਟ ਕਰ ਸਕਦੇ, ਕੀ ਟੂਲਸ ਉਹਨਾਂ ਨੂੰ ਚਾਹੀਦੇ ਹੈ, ਕਿਸ ਤਰ੍ਹਾਂ ਦੀ ਇੰਪਲੋਇਮੈਂਟ ਏਰੀਆਜ਼ ਦੇ ਵਿੱਚ ਉਹ ਆਪ ਦੀ ਜਗ੍ਹਾ ਬਣਾ ਸਕਦੇ ਹੈ ਤਾਂ ਕਿ ਉਹਨਾਂ ਦੇ ਕੋਲ ਉਸ ਪਾਵਰ ਸਿਸਟਮ ਨੂੰ, ਉਸ ਪੋਲੀਟੀਕਲ ਸਿਸਟਮ ਨੂੰ ਬਦਲਣ ਦੀ ਪਾਵਰ ਹੋਵੇ। ਓਕੇ, ਹੁਣ ਦੇਖੋ, ਵੀ ਸ਼ੁੱਡ ਗਿਵ ਪਰਪਸਫੁਲ and skill based education or job based education, ji na ki वैसी दे जो कि डिग्री दे चोरी चलो। ਹੁਣ ਜਿਵੇਂ ਫॉर एग्जांपल I had a talk with the vice chancellor of ਆਪਣਾ ਤਲਵੰਡੀ ਸਾਬੋ ਜਿਹੜੀ ਹੈ ਅਕਾਲ ਅਕੈਡਮੀ ਦੇ ਖੁੱਲੀ ਯੂਨੀਵਰਸਿਟੀ ਜੀ, ਤੇ ਉਹਦਾ ਨਾਮ ਹੈਗਾ ਗੁਰਮੇਲ ਸਿੰਘ। ਮੈਂ ਕਿਹਾ ਜੀ ਤੁਹਾਨੂੰ ਮੈਂ ਕੁਰੀਕੁਲਮ ਭੇਜਦਾ, 2 ਸਾਲ ਦਾ ਕੁਰੀਕੁਲਮ ਹੈ, ਪਹਿਲੇ 2 ਸਾਲ ਪਹਿਲੇ ਤਾਂ ਮੈਥਮੈਟਿਕਸ ਦੇ 2 ਸਾਲ, ਦੂਜੇ ਦਿਨ ਸਾਫਟਵੇਅਰ ਬਣ ਕੇ ਇਹਨਾਂ ਕੋਲੇ ਨਾ ਸਾਫਟਵੇਅਰ ਕੰਮ ਆ ਜਾਏਗਾ ਬੱਚਿਆਂ ਨੂੰ, ਇਟਸ ਪੋਸੀਬਲ। ਉਹ ਆਈ ਕੁਡ ਨਾਟ ਗੋ ਕਿ ਕੋਵਿਡ ਆ ਗਈ। ਅੱਛਾ, ਇੱਦਾਂ ਯੂਨੀਵਰਸਿਟੀ ਦੇ ਕੁਰੀਕੁਲਮ ਬਦਲਾਂਗੇ ਨਾ ਤਾਂ ਪਰਪਸਫੁਲ ਐਜੂਕੇਸ਼ਨ ਦੇਵਾਂਗੇ ਨਾ ਉਹਨੂੰ, ਅਸੀਂ ਨਾ ਸਕਿਲਡ ਬੇਸਡ ਐਜੂਕੇਸ਼ਨ ਦੇਵਾਂਗੇ ਨਾ, ਐਂਡ ਦੈਨ ਆਲਸੋ ਦੇ ਵਿਲ ਆਲਸੋ ਦੈਮਸੈਲਵ ਬੀ ਏਬਲ ਟੂ ਕ੍ਰੀਏਟ ਜੌਬਸ। ਲੇਕਿਨ ਇੱਕ ਬੜੀ ਇੰਟਰਸਟਿੰਗ ਗੱਲ ਵਿੱਚ ਗੱਲਾਂ 'ਚ ਗੱਲ ਆ ਗਈ ਹੈ ਮੇਰੀ, ਕਿ ਅਫਸੋਸ ਦੀ ਗੱਲ ਹੈ ਕਿ ਉੱਥੇ ਗੱਲ ਹੋਇਆ, ਕਹਿੰਦਾ ਜੀ ਸਾਡੇ ਹਾਲਾਂਕਿ ਅਕੈਡਮੀ ਫਿਰ ਵੀ ਬੱਚੇ ਕਈ ਨਾ ਦਿਨ ਵੇਲੇ ਪੀ ਕੇ ਆ ਜਾਂਦੇ ਨੇ, ਕੋਈ ਕਿਹੜੇ ਕਿੱਥੇ ਗਿਆ ਸੀ ਮੈਂ ਭੁੱਲ ਗਿਆ ਗੱਲ ਨੂੰ। ਹਾਂ, ਉੱਥੇ ਨਾ ਹਾਂ ਮੇਲਾ ਸੀਗਾ ਤੇ ਐਨੂਅਲ ਕਾਲਜ ਦਾ, ਤੇ ਉੱਥੇ ਜੀ ਲੇਡੀਜ਼ ਕਰਕੇ ਤੇ ਕਿਹਾ ਦੇਖੋ ਜੀ ਭੰਗੜਾ ਪੈ ਰਿਹਾ, ਉਹ ਕਰ ਰਿਹਾ ਹਾਂਜੀ। ਤੇ ਪ੍ਰਿੰਸੀਪਲ ਮੈਨੂੰ ਕਹਿੰਦਾ ਕਹਿੰਦੀ ਕਿਉਂ ਦੇਖਿਆ, ਕਿਵੇਂ ਲੱਗਿਆ ਤੁਹਾਨੂੰ, ਤੂੰ ਦੇਖਦੇ ਮੈਂ ਉੱਥੇ ਵੀ ਹੁੰਦੇ ਨੇ ਪਏ ਇੱਥੇ ਆ ਭੰਗੜੇ ਪੈ ਕਰ, ਕਹਿੰਦੇ ਹਾਂਜੀ। ਤੇ ਅਸੀਂ ਨਾ ਇਹ ਸੱਭਿਆਚਾਰਕ ਮੇਲਾ ਹਰ ਸਾਲ ਕਰਦੇ ਹਾਂ, ਸੱਭਿਆਚਾਰਕ ਮੇਲਾ। ਮੈਂ ਹੌਲੀ ਦਿਨ ਉਹ ਕੰਨ ਪੁੱਛ ਰਿਹਾ, ਮੈਂ ਪ੍ਰਿੰਸੀਪਲ ਸਾਹਿਬ ਤੁਸੀਂ ਕਹਿੰਦੇ ਵਿਦਿਆਚਾਰਕ ਮੇਲਾ ਵੀ ਕੀਤਾ, ਤੁਸੀਂ ਵਿਦਿਆ ਪੜ੍ਹਾਉਂਦੇ ਹੋ ਜੀ? ਉਹ ਕਿਤੇ ਤੁਸੀਂ ਕੀ ਗੱਲ ਕੀ, ਮੈਂ ਤਾਂ ਹਰ ਸਾਲ ਸੱਭਿਆਚਾਰ ਮਿਲਦੇ ਫੜੇ ਮਾਰੀ ਜਾਂਦੇ ਹੋ, ਆ ਕਲਚਰ ਹੈ ਜੀ, ਗਾਣੇ ਹੋ ਗਏ ਜੀ, ਟ੍ਰੈਸ਼ੀ ਟਾਈਪ ਦੇ ਵਲਗੈਰਿਟੀ ਨਾਲ ਭਰੇ ਹੋਏ, ਆ ਕਰ ਰਹੇ, ਉਹ ਕਰ, ਉਹ ਸੋਰਿਆ ਕਦੇ ਤੁਸੀਂ ਕੋਈ ਵਿਦਿਆ, ਤੁਹਾਡਾ ਪਰਵ ਵਿਦਿਆ। ਆਈ ਵੁੱਡ ਸੀ ਇਨ ਅਜੀਤ ਅਖਬਾਰ ਕਾਲਜਾਂ ਦੀਆਂ ਸੱਭਿਆਚਾਰਕ ਮੇਲਿਆਂ ਦੀਆਂ ਫੋਟੋਆਂ, ਲੇਕਿਨ ਆਈ ਨੈਵਰ ਸੀਨ ਐਨੀ ਫੰਕਸ਼ਨ ਵਿਚ ਇਜ਼ ਵਿਦਿਆਚਾਰਕ ਮੇਲਾ। ਔਰ ਲਿਕਰ ਦਾ ਇਹ ਹਾਲ ਹੈ, ਲਿਕਰ ਦਾ ਇਹ ਹਾਲ ਹੈ ਪੰਜਾਬ 'ਚ, ਤੁਸੀਂ ਜਾਓ ਨਾ ਕਿਸੇ ਵੜੋ, there are more liquor shops than stadium sports college, of course। ਔਰ ਗਵਰਨਮੈਂਟ ਤਾਂ ਕੀ ਕਲੇਮ ਕਰਦੀ ਹੈ ਕਿ ਜੀ ਸਾਨੂੰ ਰੈਵਨਿਊ ਆਉਂਦਾ, ਉਹ ਸੋਰੇ ਤੁਸੀਂ ਸਾਰਾ ਰੈਵਨਿਊ ਇਕੱਠਾ ਕਰ ਲਿਆਉਂਦਾ, ਪਰ ਲੇਕਿਨ ਇਕੱਠਾ ਕਰੋ ਲਾਸ ਬਾਈ ਵੇ ਆਫ ਐਕਸੀਡੈਂਟ, ਬਾਈ ਵੇ ਆਫ ਜਿਹੜੀਆਂ ਫੈਮਿਲੀ ਡਰਿੰਕਿੰਗ ਕਰਕੇ, ਬਾਈ ਵੇ ਆਫ ਯੂਥ ਦਾ ਡਿਕਲਾਈਨ। ਡਾਕਟਰ ਸਾਹਿਬ ਇਹ ਤਾਂ ਚੀਜ਼ ਅਸੀਂ ਕੋਵਿਡ ਦੇ ਵਿੱਚ ਵੀ ਕਿੰਨੇ ਵੱਡੇ ਲੈਵਲ ਤੇ ਦੇਖੀ, ਹਰ ਇੱਕ ਚੀਜ਼ ਸ਼ਟਡਾਊਨ ਸੀਗੀ, ਸ਼ਰਾਬ ਦੀ ਦੁਕਾਨਾਂ ਖੁੱਲੀਆਂ ਸੀ। ਸੋ ਜਦੋਂ ਪੂਰੀ ਸੁਸਾਇਟੀ ਵੀ ਸ਼ਟ ਡਾਊਨ ਹੋ ਜਾਂਦੀ ਹੈ ਤਦ ਵੀ ਨਸ਼ੇ ਲੋਕਾਂ ਤੱਕ ਪਹੁੰਚਾਉਣ ਲਈ ਸਾਰੇ ਮਤਲਬ ਮੀਨਸ ਖੁੱਲੇ ਹਨ, ਸਾਰੇ ਰਸਤੇ ਖੁੱਲੇ ਹਨ। ਮੈਂ ਇੱਕ ਗੱਲ ਮੁਕਾ ਦਿਆਂ, ਮੈਂ ਇਸ ਗੱਲ ਤੇ ਬੜਾ ਸਟਰੋਂਗ ਬਲੀਵਰ ਹਾਂ, ਚਾਹੇ ਮੇਰੇ ਮੰਦਰ ਸੁੱਟ ਲੈ ਕੇ ਪੈ ਜਾਣ, ਜਿੰਨਾ ਚਿਰ ਪੰਜਾਬ ਦੇ ਵਿੱਚ ਲਿਕਰ ਘੱਟ ਨਹੀਂ ਕਰਦੇ ਪੰਜਾਬ ਟੱਪੇਗਾ। ਮੁਸਲਮਾਨਾਂ ਨੂੰ ਮਾਰ ਗਿਆ ਤਾਂ ਸਭ ਇੱਕ ਬੰਦਾ ਕਹਿੰਦਾ, ਹਿੰਦੂ ਨੂੰ ਮਾਰ ਗਿਆ ਕੀ ਜਾਤ ਪਾਤ, ਸਿੰਘਾਂ ਨੂੰ ਮਾਰੇਗੀ, ਪੰਜਾਬ ਨੂੰ ਮਾਰੇਗੀ ਸ਼ਰਾਬ, ਇਤਨੀ ਜ਼ਿਆਦਾ। ਔਰ ਫਿਰ ਇਹ ਸਸਤੀ ਕਰਤੀ ਜੋ ਲਾਨਤ ਹੈ ਤੁਹਾਡੇ ਕਿ ਤੁਸੀਂ ਰੈਵਨਿਊ ਐਸੀ ਚੀਜ਼ ਤੋਂ ਲੈ ਰਹੇ ਹੋ। ਉਹਦਾ ਸੋਲੂਸ਼ਨ ਪਤਾ ਕੀ ਹੈਗਾ? ਪੰਜਾਬ ਦੀਆਂ ਲੇਡੀਜ਼ ਨੇ ਠੇਕਾ ਖੋਲ੍ਹਣ ਲੱਗੇ ਸੀਗੇ, ਉਹ ਖੜ ਕੇ ਠੇਕਾ ਖੋਲ੍ਹਣ ਨਹੀਂ ਦਿੱਤਾ। ਬੰਦੇ ਹੋਸ਼ ਕਰੋ, ਸ਼ਰਾਬ ਕਰਕੇ ਤੁਹਾਨੂੰ ਨੁਕਸਾਨ ਕਿੰਨਾ ਹੋ ਰਿਹਾ ਹੈ, ਉਹ ਨੁਕਸਾਨ ਤੁਸੀਂ ਕੋਲੋਂ ਭਰਦੇ ਹੋ। ਇੰਨੇ ਐਕਸੀਡੈਂਟਾਂ ਤੇ ਜਿਹੜੀਆਂ ਫੈਮਲੀਆਂ ਤੇ ਬਿਮਾਰੀਆਂ ਤੇ ਉਹਨਾਂ ਕਰਨ ਤੇ, ਐਂਡ ਦੈਨ ਇਟ ਪ੍ਰਮੋਟਸ ਫਰਦਰ ਡਰੱਗਸ ਉੱਥੇ ਨਸ਼ੇ ਕਰਕੇ। ਸੋ ਇਸ ਕਰਕੇ ਨਾ ਇਹ ਇੱਕ
बहुत ਵੱਡਾ ਸਿਸਟਮ ਹੈ I ਡੀ ਲੈਵਲ ਤੇ ਆਇਆ ਨਾ ਹਾਂਜੀ ਮਿਨੀਮਾਈਜ਼ ਕੰਜ਼ੰਪਸ਼ਨ ਆਫ ਲਿਕਰ ਤੇ ਸਿਸਟਮ ਬਾਰੇ ਮੈਂ ਹਾਲੀ ਗੱਲ ਚੁੱਕਿਆ ਸੋ ਇਹ ਜਿਹੜੇ ਡਿਸਲਾਜ ਕਰਪਟ ਪਾਵਰ ਸਿਸਟਮ ਐਂਡ ਤੇ ਮੈਂ ਸਿਸਟਮ ਕਿਹਾ ਡਿਸਲਾਜ ਤਾਂ ਕਰੋਗੇ ਉਹਨੂੰ ਸਿਸਟਮ ਨਾ ਸਮਝੋ ਉਹਨਾਂ ਨੂੰ ਉਹਨੂੰ ਵੋਟਾਂ ਹੋਈਆਂ ਤੋੜ ਕੇ ਪਾਓ ਕਿ ਤੁਸੀਂ ਆਪ ਲਿਬੜ ਚੁੱਕੇ ਹੋਗੇ ਕਿਉਂਕਿ ਪੰਜਾਬ ਦਾ ਜਿਹੜਾ ਹੋਰ ਵੋਟਰ ਹੈ ਨਾ ਉਹ ਖਡੂਰ ਸਾਹਿਬ ਬਾਈ ਇਲੈਕਸ਼ਨ ਹੋਇਆ ਸੀਗਾ ਖਾਲੜੇ ਦੀ ਵਾਈਫ ਖੜੀ ਇਲੈਕਸ਼ਨ ਤੇ ਜਿਹਦਾ ਐਡਾ ਵੱਡਾ ਟਰੈਕ ਰੈਕਡ ਹੈ ਉਹ ਕਾਂਗਰਸ ਦਾ ਬੰਦਾ ਉਹਨੂੰ ਜਿਤਾਦਾ ਨੇ ਸਾਡੇ ਬੰਦਿਆਂ ਨੇ ਹੱਦ ਹੋਈ ਪਈ ਹੈ ਯਾਰੋ ਐਨੀਵੇ ਸੋ ਐਸਟੈਬਲਿਸ਼ ਐਮਪਲੋਇਮੈਂਟ ਬੇਸ ਮੈਂ ਆਲਰੇਡੀ ਗੱਲ ਕਰ ਚੁੱਕਿਆ ਬ੍ਰਿੰਗ ਅਵੇਅਰਨੈਸ ਬਾਰੇ ਗੱਲ ਕਰ ਚੁੱਕਿਆ ਮਿਨੀਮਾਈਜ਼ ਅਜ਼ੰਪਸ਼ਨ ਆਫ ਲਿਕਰ ਹੋਣੀ ਗੱਲ ਕੀਤੀ ਹੈ ਸਿਸਟਮ ਤੋਂ ਦੱਸ ਚੁੱਕਿਆ ਮੇਰੇ ਤੁੱਛ ਜੀ ਮਤ ਦੇ ਮੁਤਾਬਕ ਮੈਂ ਕਹਿ ਰਿਹਾ ਆਈ ਕੁਡ ਬੀ ਐਂਟਾਇਰਲੀ ਰੋਂਗ ਆਮ ਨਾਟ ਸੇਇੰਗ that ਮੇਰਾ ਆਪਣੇ ਜਿਹੜੇ ਵਰਡਸ ਆਫ ਵਿਜ਼ਡਮ ਹੈ ਓਨਲੀ ਫਾਈਨਲ ਵਰਡਸ ਆਫ ਵਿਜ਼ਡਮ these are loud thoughts these are loud exchange of thinking some of them may be practical some of them might think totally useless therefore I do apologize all I'm saying is out of my tuchmat my consideration as a small engineer मैं politician नहीं हैगा मैं small ਇੱਥੇ ਡੈਮ ਬਣਦੇ ਨੇ ਠੀਕ ਹੈ ਆਵਾਜ਼ ਕਈ ਇੱਥੇ ਜੜੋਂ ਫੜ ਕੇ ਜੈਮ ਖੜੀ ਕੀਤੀ ਅਸੀਂ ਫਿਰਦੇ ਫਿਰਦੇ ਉੱਥੇ ਅਸੀਂ ਲਾਂਤ ਸਾਡੇ ਤੇ ਅਸੀਂ ਕੁਝ ਨਹੀਂ ਕਰ ਸਕਦੇ ਸੀ ਕਿਤੇ ਮੈਂ ਸੋਚਦਾ ਯਾਰ ਹੱਦ ਹੋਈ ਪਈ ਹੈ ਤੜਫ ਰਹੇ ਇੱਥੇ ਅਸੀਂ ਸਾਨੂੰ ਕਰਨ ਦੇ ਵੀ ਉੱਥੇ ਕੋਈ ਨਹੀਂ ਕਰਨ ਦਿੰਦੇ ਸਿਸਟਮ ਇਦਾਂ ਖਰਾਬ ਹੋ ਚੁੱਕਿਆ ਹੈਗਾ ਤੁਹਾਨੂੰ ਸੁਣਨ ਨੂੰ ਕੋਈ ਤਿਆਰ ਨਹੀਂ ਉੱਥੇ ਇਸ ਕਰਕੇ ਇਸ ਇਜ਼ ਇੰਪੋਰਟੈਂਟ that they establish a well established thinking tanks of the qualified technical ਇੱਥੇ ਦੇਖੋ ਨਾ ਸਾਹਿਤ ਅਕੈਡਮੀ ਬਣੀ ਹੋਈ ਪੰਜਾਬ 'ਚ ਜੀ now to promote excellence in literature but there's nothing such to promote excellence in engineering medicine or entrepreneurship ਕੋਈ ਨਹੀਂ ਬਣੀ ਉੱਥੇ ਪੰਜਾਬ 'ਚ ਜੀ no such thing I mean you know ਜਦੋਂ ਅਸੀਂ ਸਾਇੰਸ ਦੀ ਗੱਲ ਕਰਦੇ ਹਾਂ ਡਾਕਟਰ ਸਾਹਿਬ ਲੱਗਦਾ ਹੈ ਕਿ ਅਸੀਂ ਕਿੰਨੇ ਪਿੱਛੇ ਹਾਂ ਡਿਵੈਲਪਡ ਮੁਲਕਾਂ ਦੇ ਵਿੱਚ ਸਟੈਮ ਫੀਲਡਸ ਨੂੰ ਲੈ ਕੇ ਕਿੰਨੀ ਚਰਚਾ ਹੁੰਦੀ ਹੈ ਕਿ ਤੁਸੀਂ ਬੱਚਿਆਂ ਨੂੰ ਖਾਸ ਕਰਕੇ ਸਟੈਮ ਸਾਇੰਸ ਟੈਕਨੀਕਲ ਇੰਜੀਨੀਅਰਿੰਗ ਐਂਡ ਮੈਥਮੈਟਿਕ ਫੀਲਡਸ ਦੇ ਵਿੱਚ ਹੋਰ ਇਨਕਰੇਜ ਕਰੋ ਹੋਰ ਤੋਰੋ ਇੰਡੀਆ ਜਾਂ ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਸਟੈਮ ਤਾਂ ਛੱਡੀ ਦਿਓ ਬਟ ਜਿਸ ਤਰ੍ਹਾਂ ਤੁਸੀਂ ਕਿਹਾ ਬੇਸਿਕ ਜੋ ਆਪਣੀ ਵੱਡੀ ਇੰਜੀਨੀਅਰਿੰਗ ਦੀ ਫੀਲਡਸ ਹਨ ਉਹਨਾਂ ਦਾ ਤਾਂ ਜ਼ਿਕਰ ਵੀ ਨਹੀਂ ਹੋ ਰਿਹਾ ਆਈ ਥਿੰਕ ਵੀ ਆਰ ਵੇ ਬਿਹਾਈਂਡ ਬਟ ਇਸ ਏਰੀਆ ਦੇ ਵਿੱਚ ਹਾਂਜੀ ਮੈਂ ਕਿਤੇ ਕਿਹਾ ਸੀ ਇਹ ਵੀ ਸੈਲੀਬ੍ਰੇਸ਼ਨ ਤੇ ਕਰੋੜਾਂ ਰੁਪਏ ਖਰਚ ਕਰ ਦਿੰਦੇ ਹੋ ਉੱਥੇ ਜੇ ਕਰਨਾ ਸੀ ਸੋਚ ਕੇ ਜਾਣਾ ਉਹ ਤੁਸੀਂ ਕੋਈ ਇੰਟਰਨੈਸ਼ਨਲ ਲੈਵਲ ਤੇ ਲੈਬਾਰਟਰੀ ਸੈੱਟ ਕਰਦੇ ਹੋ ਤਾਂ ਜੋ ਅਸੀਂ ਇੱਥੇ ਪ੍ਰੋਫੈਸਰ ਲੈ ਜਾਈਏ ਉੱਥੇ ਦਿਖਾਈਏ ਕਿ ਉਹ ਕੋਈ ਉਸ ਲੈਵਲ ਤੇ ਕੋਈ ਐਸੀ ਚੀਜ਼ ਕ੍ਰੀਏਟ ਕਰੋ ਜਿਹੜੀ ਕਿ ਇੰਟਰਨੈਸ਼ਨਲ ਲੈਵਲ ਤੇ ਹੋਵੇ ਯੂ ਡੋਨਟ ਹੈਵ ਨਾਟ ਬੀਨ ਏਬਲ ਟੂ ਸੈਟ ਅਪ ਐਨੀਥਿੰਗ ਆਫ ਦੈਟ ਲੈਵਲ ਦਿਸ ਇਜ਼ ਵਾਈ ਆਮ ਸੇਇੰਗ ਇਟ ਉੱਥੇ ਪੈਸਾ ਖਰਚ ਕਰਨ ਦੀ ਬਜਾਏ ਸੈਲੀਬ੍ਰੇਸ਼ਨ ਤੇ ਅੱਜ ਖਾਦਾ ਚਲਾ ਗਿਆ ਬੜੇ ਹੂ ਪਲਾਤੇ ਜੀ ਜੂਸ ਕੱਢਤੇ ਜੀ ਕੀਰਤਨ ਕਰਤੇ ਨੋ ਡੂ ਠੀਕ ਹੈ ਦੇ ਰੀਇਨਫੋਰਸ ਯੂਰ ਫੇਥ ਆਈ ਐਗਰੀ ਬਟ ਯੂ ਮਸਟ ਸਪੇਅਰ ਮਨੀ to establish at a very high level institution where we could invite from people. Ji, absolutely. I think institution of excellence, institution to promote excellence in things should be set up. Ji, I think that is the final word is program ਦੇ ਵਿੱਚ ਜਦੋਂ ਅਸੀਂ ਇੱਕ ਪੋਸੀਬਲ ਸੋਲੂਸ਼ਨ ਦੀ ਗੱਲ ਕਰਦੇ ਹਾਂ ਹੱਲ ਦੀ ਗੱਲ ਕਰਦੇ ਹਾਂ ਭਾਵੇਂ ਉਹ ਬੇਰੁਜ਼ਗਾਰੀ ਹੋਵੇ ਜਾਂ ਕਿਸ ਤਰ੍ਹਾਂ ਬ੍ਰੇਨ ਡਰੇਨ ਹੋ ਰਿਹਾ ਹੈ ਯੂਥ ਛੱਡ ਕੇ ਜਾ ਰਿਹਾ ਹੈ ਇਨ ਸਾਰੀ ਚੀਜ਼ਾਂ ਦਾ ਇੱਕ ਰੂਟ ਕਾਜ਼ ਉਸ ਗੇਨਫੁਲ ਟੈਕਨੀਕਲ ਇੰਪਲੋਇਮੈਂਟ ਅਤੇ ਐਜੂਕੇਸ਼ਨ 'ਤੇ ਆ ਕੇ ਟਿਕ ਜਾਂਦਾ ਜਿਹਦੇ ਬਾਰੇ ਤੁਸੀਂ ਜ਼ਿਕਰ ਕਰ ਰਹੇ ਹੋ ਡਾਕਟਰ ਸੁਖਮੰਦਰ ਸਿੰਘ ਜੀ ਇਸ ਮੁੱਦੇ ਉੱਤੇ ਤਾਂ ਅਸੀਂ ਕਿੰਨੀ ਹੀ ਡਿਸਕਸ਼ਨ ਕਰ ਸਕਦੇ ਹਾਂ ਬਟ ਅਲਟੀਮੇਟਲੀ ਐਕਸ਼ਨ ਦੀ ਲੋੜ ਹੋਣੀ ਹੈ ਥੈਂਕ ਯੂ ਫॉर ਸ਼ੋਇੰਗ ਅਸ ਕਿ ਹੋਣਾ ਕੀ ਚਾਹੀਦਾ ਹੈ ਹੁਣ ਸਾਨੂੰ ਸਾਰਿਆਂ ਨੂੰ ਇਸ ਪਾਸੇ ਆਪ ਦੀ ਐਫਰਟਸ ਨੂੰ ਲਗਾਉਣ ਦੀ ਲੋੜ ਹੈਗੀ ਤਾਂ ਕਿ ਅਸੀਂ ਇਨ ਡਿਸਕਸ਼ਨਸ ਨੂੰ ਐਕਸ਼ਨ ਦੇ ਵਿੱਚ ਬਦਲੀਏ ਅਤੇ ਪੰਜਾਬ ਦਾ ਐਕਚੁਅਲ ਦੇ ਵਿੱਚ ਕੋਈ ਸੁਧਾਰ ਹੋਵੇ ਉਸ ਪੋਪੂਲੇਸ਼ਨ ਨੂੰ ਓਪਰਚੁਨਿਟੀ ਮਿਲੇ ਨਾ ਕਿ ਸਿਰਫ ਬੇਰੁਜ਼ਗਾਰੀ ਅਤੇ ਨਸ਼ਾ ਡਾਕਟਰ ਸੁਖਮੰਦਰ ਸਿੰਘ ਜੀ ਥੈਂਕ ਯੂ ਸੋ ਮਚ ਐਜ਼ ਆਲਵੇਜ਼ ਤੁਹਾਡੇ ਟਾਈਮ ਲਈ ਤੁਹਾਡੇ ਪਰਸਪੈਕਟਿਵ ਲਈ ਅਤੇ ਇਨ ਸਾਰੀ ਇਨਸਾਈਟਸ ਲਈ ਜਿਨ੍ਹਾਂ ਨੂੰ ਸੁਣ ਕੇ ਅਸੀਂ ਹਮੇਸ਼ਾ ਥੋੜਾ ਜਿਹਾ ਹੋਰ ਸਮਝਦਾਰ ਫੀਲ ਕਰਦੇ ਹਾਂ ਥੈਂਕ ਯੂ ਸੋ ਮਚ ਫॉर योर टाइम हैव अ गुड रेस्ट ऑफ योर इवनिंग सत श्री अकाल जी ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਵਨਸ ਅਗੇਨ ਇਸ ਟੌਪਿਕ ਤੇ ਅਸੀਂ ਕਿੰਨੀ ਚਰਚਾ ਕਰ ਸਕਦੇ ਹਾਂ ਇੱਕ ਪ੍ਰੋਗਰਾਮ ਦੇ ਵਿੱਚ ਤਾਂ ਕਿੱਥੇ
ਪੂਰੀ ਗੱਲ ਹੁੰਦੀ ਹੈ, ਬਟ ਇਹਦੀ ਚਰਚਾ ਲਗਾਤਾਰ ਕਰਨੀ ਜ਼ਰੂਰੀ ਹੈ। ਐਂਡ ਇਸ ਚਰਚਾ ਤੋਂ ਅਸੀਂ ਕੀ ਸਿੱਖ ਸਕਦੇ ਹਾਂ, ਅੱਜ ਥੋੜ੍ਹੀ ਜਿਹੀ ਅਸੀਂ ਉਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕੀਤੀ। ਇਸ ਇੰਪਲੋਇਮੈਂਟ ਅਤੇ ਟੈਕਨੀਕਲ ਐਜੂਕੇਸ਼ਨ ਨੂੰ ਲੈ ਕੇ ਜ਼ਰੂਰ ਹੋਰ ਪ੍ਰੋਗਰਾਮਸ ਤੁਹਾਡੇ ਨਾਲ ਪੇਸ਼ ਕਰਾਂਗੇ, ਕਿਸ ਤਰ੍ਹਾਂ ਇਹ ਪੰਜਾਬ ਦੇ ਲਈ ਇੱਕ ਨਵੀਂ ਲਹਿਰ, ਇੱਕ ਨਵੀਂ ਸੁਧਾਰ ਦੀ ਲਹਿਰ ਲੈ ਕੇ ਆ ਸਕਦੀ ਹੈ। ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਸਾਡੇ ਲਈ ਜਾਂ ਸਾਡੇ ਗੈਸਟ ਦੇ ਕੋਈ ਕੁਐਸਚਨਸ, ਕਮੈਂਟਸ, ਕੰਸਰਨਸ ਤੁਸੀਂ ਜ਼ਰੂਰ ਸਾਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।